ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ। ਮਾਥੈ ਛਤਰ ਤਰੈ, ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪ੍ਰਭ ਤੂੰ ਹੀ ਟਰੈ। ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੇ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਸਾਹਿਬੇ ਕਮਾਲ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਅੰਮ੍ਰਿਤਮਈ ਪਾਵਨ ਬਾਣੀ ਦਾ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਆਓ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਦੀ ਆਰਬਲਾ ਉਮਰ ਕੇਵਲ 42 ਸਾਲ, 42 ਸਾਲ ਦੇ ਵਿੱਚ ਜੋ ਕਾਰਨਾਮੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੇ, ਜੇ ਕੋਈ 42 ਜਨਮ ਲੈ ਕੇ ਵੀ ਉਹਨਾਂ ਕਾਰਨਾਮਿਆਂ ਨੂੰ ਵਿਚਾਰਨਾ ਆਰੰਭ ਕਰੇ ਤੇ ਉਹ ਵਿਚਾਰ ਨਹੀਂ ਸਕੇਗਾ। ਇਤਨੀ ਛੋਟੀ ਉਮਰ 42 ਸਾਲ ਦੇ ਵਿੱਚ ਇਤਨੇ ਮਹਾਨ ਕਾਰਨਾਮੇ, ਉਹਨਾਂ ਨੂੰ ਬਿਆਨ ਕਰਨਾ ਬੜਾ ਔਖਾ ਹੈ। ਇੱਕ ਅੰਗਰੇਜ਼ ਰਾਈਟਰ ਦੇ ਬੋਲ ਨੇ,
ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ, ਉਹਨਾਂ ਦੇ ਗੁਣ, ਉਹਨਾਂ ਨੂੰ ਵਿਚਾਰਨਾ, ਬੰਦੇ ਨੂੰ ਇਤਨੀ ਤੇਜ਼ ਬੁੱਧੀ ਦੜਾਉਣੀ ਪਵੇਗੀ, ਘੋੜੇ ਦੀ ਰਫ਼ਤਾਰ ਵਾਂਗੂ ਉਹਨੂੰ ਆਪਣਾ ਦਿਮਾਗ, ਆਪਣੀ ਬੁੱਧੀ ਨੂੰ ਵਰਤਣਾ ਪਵੇਗਾ, ਤਾਂ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ, ਉਹਨਾਂ ਦੀ ਵਡਿਆਈ ਬਿਆਨ ਨਹੀਂ ਕਰ ਸਕੇਗਾ। ਲੋਕ ਸੋਚਦੇ ਹੋਣਗੇ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖ ਇਸ ਕਰਕੇ ਸਿਫਤ ਕਰਦੇ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਦੇ ਗੁਰੂ ਨੇ। ਵੈਸੇ ਵੀ ਸਿੱਖ ਦਾ ਤੇ ਗੁਰੂ ਦਾ ਜਿਹੜਾ ਰਿਸ਼ਤਾ ਹੈ, ਪੀਰ ਦਾ ਤੇ ਮੁਰੀਦ ਦਾ ਜਿਹੜਾ ਰਿਸ਼ਤਾ ਹੈ, ਉਹਦੇ ਵਿੱਚ ਜੋ ਪਿਆਰ ਵੇਖਣ ਨੂੰ ਮਿਲਦਾ ਹੈ, ਆਪਣੇ ਮੁਰੀਦ ਦਾ ਪੀਰ ਦੇ ਪ੍ਰਤੀ ਸੁਭਾਵਿਕ ਗੱਲ ਹੈ ਕਿ ਆਪਣੇ ਪੀਰ, ਆਪਣੇ ਮੁਰਸ਼ਦ ਦੀ ਉਸਤਤ ਚੇਲਾ ਜ਼ਰੂਰ ਕਰਦਾ ਹੈ, ਸਿੱਖ ਜ਼ਰੂਰ ਕਰਦਾ ਹੈ, ਮੁਰੀਦ ਜ਼ਰੂਰ ਕਰਦਾ ਹੈ। ਪਰ ਸਾਡੇ ਦੇਸ਼ ਵਿੱਚ ਵੇਖੀਏ ਵੀ ਕੱਚੇ ਗੁਰੂਆਂ ਦੇ ਨਾਲ ਜੁੜੇ ਹੋਏ ਉਹਨਾਂ ਦੇ ਚੇਲੇ ਫਿਰ ਵੀ ਸਿਫਤ ਕਰੀ ਜਾ ਰਹੇ ਨੇ, ਭਾਵੇਂ ਉਹਨਾਂ ਦੇ ਗੁਰੂ ਉਮਰ ਕੈਦਾਂ ਤੱਕ ਭੋਗਤੇ ਪਏ ਨੇ, ਪਰ ਫਿਰ ਵੀ ਉਹਨਾਂ ਦਾ ਰਿਸ਼ਤਾ ਉਹਨਾਂ ਦੇ ਨਾਲ ਐਸਾ ਹੈ ਵੀ ਉਹਨਾਂ ਦੀ ਸਿਫਤ ਅੱਜ ਵੀ ਉਹ ਕਰਦੇ ਨੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਕੇਵਲ ਸਿੱਖ ਨੇ ਨਹੀਂ ਕੀਤੀ, ਦੁਨੀਆ ਦਾ ਹਰ ਇੱਕ ਉਹ ਬੰਦਾ, ਭਾਵੇਂ ਕਿਸੇ ਮਜ਼ਹਬ ਦਾ ਸੀ, ਕਿਸੇ ਧਰਮ ਦਾ ਸੀ, ਪੜ੍ਹਿਆ ਲਿਖਿਆ ਬੰਦਾ, ਫਿਲਾਸਫਰ, ਸਾਇੰਸਦਾਨ, ਜਿੰਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ੍ਹਿਆ, ਉਹ ਸਿਫਤ ਕਰਨ ਤੋਂ ਬਗੈਰ ਰਹਿ ਨਹੀਂ ਸਕਿਆ। ਲਾਲਾ ਦੌਲਤ ਰਾਮ ਆਰਿਆ ਕੱਟੜ ਹਿੰਦੂ ਇੱਕ ਪ੍ਰਚਾਰਕ ਰਿਹਾ ਹੈ। ਉਹਦੇ ਮਨ ਦੇ ਵਿੱਚ ਇੱਕ ਚਾਹਤ ਸੀ ਕਿ ਮੈਂ ਪੂਰਨ ਮਨੁੱਖ ਦੀ ਜੀਵਨੀ ਬਿਆਨ ਕਰਨੀ ਹੈ, ਮੈਂ ਆਪਣੀ ਜ਼ਿੰਦਗੀ ਵਿੱਚ ਇੱਕੋ ਕਿਤਾਬ ਲਿਖਣੀ ਹੈ, ਤੇ ਲਿਖਣੀ ਉਸ ਇਨਸਾਨ, ਉਸ ਮਨੁੱਖ ਦੇ ਉੱਪਰ ਜਿਹੜਾ ਹਰ ਪੱਖੋਂ ਸੰਪੂਰਨ ਹੋਵੇ। ਤੇ ਉਹਨੇ ਆਪਣੇ ਜੀਵਨ ਦੇ ਵਿੱਚ ਇੱਕੋ ਇੱਕ ਕਿਤਾਬ ਲਿਖੀ ਹੈ, ਸੁਵਾਨੇ ਉਮਰੀ, ਗੁਰੂ ਗੋਬਿੰਦ ਸਿੰਘ। ਉਹਦੇ ਮਿੱਤਰਾਂ ਨੇ, ਉਹਦੇ ਸਹਿਪਾਠੀਆਂ ਨੇ ਆਰਿਆ ਸਮਾਜ ਨਾਲ ਜੁੜੀਆਂ ਹੋਇਆਂ ਨੇ ਉਹਨੂੰ ਸਵਾਲ ਕੀਤਾ ਵੀ ਤੂੰ ਆਰਿਆ ਸਮਾਜ ਦਾ ਉੱਘਾ ਪ੍ਰਚਾਰਕ ਹੈ ਤੇ ਤੂੰ ਹਿੰਦੂ ਮਤ ਦੇ ਵਿੱਚੋਂ ਕਿਸੇ ਅਵਤਾਰ ਦੀ ਗਾਥਾ ਲਿਖ ਲੈਂਦਾ। ਰਾਮ ਜੀ ਨੇ, ਸ਼੍ਰੀ ਕ੍ਰਿਸ਼ਨ ਜੀ ਨੇ, ਸ਼ੰਕਰ ਜੀ ਨੇ, ਗਣੇਸ਼ ਜੀ ਨੇ, ਹਨੂਮਾਨ ਜੀ ਨੇ, ਪਤਾ ਨਹੀਂ ਕਿਤਨੇ ਕੂ ਨੇ, ਪਰਸ਼ੂਰਾਮ ਜੀ ਹੈ, ਪਤਾ ਨਹੀਂ ਕਿਤਨੇ ਕੂ ਨੇ। ਉਹਨਾਂ ਦੇ ਵਿੱਚੋਂ ਕਿਸੇ ਇੱਕ ਅੱਧ ਅਵਤਾਰੀ ਪੁਰਸ਼ ਦੀ ਤੂੰ ਗਾਥਾ ਲਿਖਦਾ ਤੇ ਤੂੰ ਆਪਣੀ ਕਿਤਾਬ ਲਿਖਦਾ ਪਿਆ ਹੈ, ਜੀਵਨੀ ਲਿਖਦਾ ਪਿਆ ਵਾਂ ਗੁਰੂ ਗੋਬਿੰਦ ਸਿੰਘ ਜੀ ਦੀ। ਉਹਦੇ ਨਾਲ ਤੇਰਾ ਕੀ ਸੰਬੰਧ ਹੈ? ਉਹ ਤੇ ਸਿੱਖਾਂ ਦਾ ਗੁਰੂ ਹੈ, ਤੂੰ ਉਹਦੀ ਸਿਫਤ ਦੇ ਵਿੱਚ ਕਿਉਂ ਇਹ ਕਿਤਾਬ ਲਿਖਦਾ ਪਿਆ ਵਾਂ? ਤੈਨੂੰ ਕਿਸੇ ਹਿੰਦੂ ਦੇਵੀ ਦੇਵਤੇ, ਕਿਸੇ ਅਵਤਾਰੀ ਪੁਰਸ਼ ਦੇ ਬਾਰੇ ਆਪਣੀ ਕਿਤਾਬ ਦੇ ਵਿੱਚ ਉਹਦੇ ਗੁਣ, ਉਹਦੀ ਵਿਚਾਰ ਲਿਖਣੀ ਚਾਹੀਦੀ ਸੀ, ਪਰ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਇਹ ਕਿਤਾਬ ਲਿਖਦਾ ਪਿਆ। ਅੱਗੋਂ ਦੌਲਤ ਰਾਮ ਆਰਿਆ ਨੇ ਜਵਾਬ ਦਿੱਤਾ ਵੀ ਮੇਰੀ ਜ਼ਿੰਦਗੀ ਦਾ ਮਕਸਦ ਸੀ, ਮੈਂ ਇੱਕੋ ਇੱਕ ਕਿਤਾਬ ਆਪਣੇ ਜੀਵਨ ਵਿੱਚ ਲਿਖਣੀ ਹੈ ਤੇ ਲਿਖਣੀ ਪੂਰਨ ਮਨੁੱਖ ਦੇ ਉੱਤੇ, ਜਿਹੜਾ ਹਰ ਪੱਖੋਂ ਸੰਪੂਰਨ ਹੋਵੇ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਕਿਹੜੀ ਖਾਸੀਅਤ, ਕਿਵੇਂ ਉਹ ਸੰਪੂਰਨ ਨੇ? ਉੱਥੇ ਫਿਰ ਲਾਲਾ ਦੌਲਤ ਰਾਮ ਆਰਿਆ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਰੂ ਕੋਈ ਨਹੀਂ ਸੰਸਾਰ ਦੇ ਵਿੱਚ। ਆਪਣੇ ਮੁਰੀਦਾਂ ਨੂੰ, ਆਪਣੇ ਸਿੱਖਾਂ ਨੂੰ ਇਸ ਢੰਗ ਨਾਲ ਪਿਆਰ ਕਰਨ ਵਾਲਾ,
ਆਪਣੇ ਪੁੱਤਰਾਂ ਦੀ ਜਗ੍ਹਾ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਵਰਗਾ ਮੁਰਸ਼ਦ ਪੀਰ ਇਸ ਸੰਸਾਰ ਦੇ ਵਿੱਚ ਕੋਈ ਨਹੀਂ। ਤੇ ਇਸੇ ਗੱਲ ਨੂੰ ਹੀ ਯੋਗੀ ਅੱਲਾ ਯਾਰ ਖਾਂ ਵੀ ਆਪਣੀਆਂ ਲਿਖਤਾਂ ਵਿੱਚ ਬਿਆਨ ਕਰਦਾ ਹੈ। ਉਹ ਕਹਿੰਦਾ ਇਨਸਾਫ ਕਰੇ ਜੀ ਮੇ ਤੋ ਜ਼ਮਾਨਾ ਯਕੀਨ ਹੈ। ਅਗਰ ਇਨਸਾਫ ਕਰੇ ਨਾ ਕੋਈ ਕਿਸੇ ਪੀਰ ਕਿਸੇ ਮੁਰਸ਼ਦ ਦੇ ਬਾਰੇ ਅਗਰ ਸੰਸਾਰ ਦੇ ਲੋਕ ਕੁਝ ਸੋਚਣ ਜਾਂ ਲਿਖਣ, ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ। ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਉਹਨਾਂ ਦੇ ਤੁਲ ਹੋਰ ਕੋਈ ਮੁਰਸ਼ਦ ਹੋਰ ਕੋਈ ਪੀਰ ਹੈ ਨਹੀਂ। हाशा किसी मुर्शिद में ये इस्यार नहीं है, ये प्यार किसी पीर में जिनहार नहीं है। गुरु गोबिंद सिंह महाराज जी जो अपने सिखां नूं प्यार करदे आ, अपने सिखां दे उपरों अपना सरबंस अपने बच्चे लुटा दिंदे आ, इहो जिहा मुर्शद दुनिया दे विच नहीं किते वेखण नूं मिलदा। ते कहंदे ने गुरु गोबिंद सिंह महाराज जी वर्गा पीर गुरु मुर्शद कोई नहीं। केवल गुरु गोबिंद सिंह महाराज जी गुरु पीर ही नहीं, गुरु गोबिंद सिंह महाराज जी वर्गा योद्धा भी कोई नहीं। गुरु गोबिंद सिंह महाराज जी वर्गा कवि भी कोई नहीं, गुरु गोबिंद सिंह महाराज जी वर्गा भगत भी कोई नहीं। कैसा भगत है गुरु गोबिंद सिंह महाराज जी। ਵੇਖੋ ਜਦੋਂ ਭਗਤੀ ਕਰਨ ਦੀ ਗੱਲ ਆਉਂਦੀ ਹੈ ਨਾ ਤੇ ਲੋਕ ਕਹਿੰਦੇ ਨੇ ਭਗਤੀ ਕਰਨ ਦੇ ਵਾਸਤੇ ਇਕਾਂਤ ਚਾਹੀਦਾ ਹੈ, ਕੋਈ ਐਸੀ ਜਗ੍ਹਾ ਟਿਕਾ ਵਾਲੀ ਮਿਲੇ ਜਿੱਥੇ ਬੈਠ ਕੇ ਸਮਾਧੀ ਲਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕੀਤੀ ਜਾਏ, ਉਹਦੇ ਗੁਣ ਗਾਏ ਜਾਣ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੈਸੇ ਭਗਤ ਹਨ। ਇੱਕ ਬੰਨੇ ਸਰਸਾ ਨਦੀ ਦੇ ਕੰਢੇ ਤੇ ਜੰਗ ਹੋ ਰਹੀ ਹੈ, ਪੁੱਤਰ ਜੰਗ ਦੇ ਵਿੱਚ ਜੂਝ ਰਹੇ ਨੇ, ਸਿੰਘ ਜਾਣ ਤੋਂ ਪਿਆਰੇ ਜੰਗ ਦੇ ਵਿੱਚ ਜੂਝ ਰਹੇ ਨੇ, ਪਰਿਵਾਰ ਦਾ ਵਿਛੋੜਾ ਹੋ ਰਿਹਾ ਹੈ। ਉੱਥੇ ਮੇਰੇ ਕਲਗੀਧਰ ਪਿਤਾ ਜੀ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਪੜ੍ਹ ਰਹੇ ਨੇ ਵੀ ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਪਜੀ ਸਾਹਿਬ ਜੀ ਦੀਆਂ ਧੁਨਾਂ ਅਲਾਪ ਰਹੇ ਨੇ। ਕੇਵਲ ਜਪਜੀ ਸਾਹਿਬ ਜੀ ਨਹੀਂ ਹੀ ਪੜੀ ਗਈ, ਉੱਥੇ ਆਸਾ ਕੀ ਵਾਰ ਦਾ ਕੀਰਤਨ ਵੀ ਪੂਰਾ ਕੀਤਾ ਗਿਆ। ਐਸੇ ਭਗਤ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਤੇ ਗੁਰਮੁਖੋ ਬਾਣੀ ਵਿੱਚੋਂ ਦੋ ਸ਼ਲੋਕ ਆਪ ਜੀ ਦੇ ਸਨਮੁਖ ਰੱਖਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋ ਦੋ ਬਚਨ ਨੇ, ਇੱਕ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਮਿਲੇ ਹੋਏ ਸੁੱਖ ਸਹੂਲਤਾਂ ਪਦਾਰਥ ਉਹਨਾਂ ਦੀ ਗੱਲ ਕਰ ਰਹੇ ਨੇ। ਕਹਿ ਰਹੇ ਨੇ ਨਦੀਆਂ ਹੋਵੇ ਧੀਣਵਾਂ, ਸੁਮ ਹੋਵੇ ਦੁੱਧ ਘਿਓ, ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਘਰ ਦੇ ਵਿੱਚ ਦੁੱਧ ਦੇਣ ਵਾਲੀਆਂ ਨਦੀਆਂ ਵਗ ਪੈਣ, ਤੇ ਘਿਓ ਇੰਨਾ ਹੋਵੇ ਕਿ ਸਮੁੰਦਰ ਵਗ ਆਏ। ਨਦੀਆਂ ਹੋਵੇ ਧੀਣਵਾਂ, ਨਦੀਆਂ ਗਾਈਆਂ ਬਣ ਜਾਣ, ਇੰਨਾ ਦੁੱਧ ਹੋਵੇ ਤੇ ਉਹਦੇ ਵਿੱਚੋਂ ਇੰਨਾ ਘਿਓ ਮੇਰੇ ਘਰ ਦੇ ਵਿੱਚ ਹੋਵੇ ਕਿ ਸਮੁੰਦਰ ਵਗੇ। ਨਦੀਆਂ ਹੋਵੇ ਧੀਣਵਾਂ, ਸੁਮ ਹੋਵੇ ਦੁੱਧ ਘਿਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੈ ਨਿਤ ਜੀਓ। ਸਾਰੀ ਧਰਤੀ ਇਹ ਮਠਿਆਈ ਇਹ ਸਵਾਦਲੇ ਪਦਾਰਥਾਂ ਨਾਲ ਭਰ ਜਾਏ ਮੇਰੇ ਘਰ ਦੇ ਵਿੱਚ। ਤੇ ਕਹਿੰਦੇ ਨੇ ਮੇਰਾ ਮਨ ਇਹਨਾਂ ਨੂੰ ਵੇਖ ਕੇ ਬੜਾ ਖੁਸ਼ ਹੋਏ ਵੀ ਇੰਨੇ ਪਦਾਰਥ ਮੇਰੇ ਘਰ ਦੇ ਵਿੱਚ। ਫਿਰ ਕਹਿੰਦੇ ਨੇ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ। ਮੇਰੇ ਘਰ ਦੇ ਵਿੱਚ 1 2 3 ਕਿਲੋ ਸੋਨਾ ਚਾਂਦੀ ਹੀਰੇ ਨਾ ਹੋਣ,
ਪਰਬਤ ਹੀ ਪੂਰੇ ਦਾ ਪੂਰਾ ਸੋਨੇ ਦਾ ਹੋਵੇ, ਪਰਬਤ ਸੋਇਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਹੀਰੇ ਲਾਲ ਇਹ ਜੜੇ ਹੋਣ, ਘਰ ਵਿੱਚ ਪਏ ਹੋਣ, ਖਜ਼ਾਨੇ ਭਰੇ ਪਏ ਹੋਣ, ਵੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਮਾਲਕ ਜੀ ਮੈਂ ਤੈਨੂੰ ਚਾਹ ਦੇ ਨਾਲ ਸਲਾਹਾਂ। ਸਲਾਹੇਗਾ ਕਿਉਂ ਨਹੀਂ ਬੰਦਾ? ਵੀ ਜਿਸ ਮਾਲਕ ਨੇ ਇੰਨਾ ਕੁਝ ਦਿੱਤਾ, ਆਪ ਖੁਸ਼ ਹੋ ਕੇ ਉਹਨੂੰ ਯਾਦ ਕਰੇਗਾ, ਚੇਤੇ ਕਰੇਗਾ। ਕਹਿੰਦੇ ਇਹ ਤੇ ਚਲੋ ਪਦਾਰਥ ਦਿੱਤੇ, ਤੂੰ ਦੁਨਿਆਵੀ ਵਸਤੂਆਂ ਦਿੱਤੀਆਂ, ਤੇ ਮੈਂ ਖੁਸ਼ ਹੋ ਕੇ ਤੈਨੂੰ ਗਾ ਰਿਹਾ ਵਾਂ, ਤੈਨੂੰ ਚੇਤੇ ਕਰ ਰਿਹਾ ਵਾਂ, ਚਾਹ ਦੇ ਨਾਲ ਗਾ ਰਿਹਾ ਵਾਂ ਵੀ ਮਾਲਕ ਨੇ ਮੈਨੂੰ ਇੰਨਾ ਕੁਝ ਦਿੱਤਾ, ਮੈਂ ਉਸ ਮਾਲਕ ਦਾ ਸ਼ੁਕਰਾਨਾ ਕਰਾਂ, ਉਸ ਮਾਲਕ ਦੀ ਭਗਤੀ ਕਰਾਂ। ਤੇ ਅੱਗੇ ਫਿਰ ਕਹਿੰਦੇ ਨੇ, ਜੇ ਦੇਹੇ ਦੁੱਖ ਲਾਈਐ ਪਾਪ ਗਰਾ ਦੋਏ ਰਾਹਾ। ਕਹਿੰਦੇ ਨੇ ਕੇਵਲ ਸੁੱਖ ਵੇਲੇ ਹੀ ਮੈਂ ਤੇਰਾ ਸ਼ੁਕਰਾਨਾ ਨਹੀਂ ਕਰਾਂਗਾ, ਤੇਰੀ ਭਗਤੀ ਨਹੀਂ ਕਰਾਂਗਾ, ਜੇ ਮੇਰੇ ਸਰੀਰ ਨੂੰ ਕੋਈ ਐਸਾ ਰੋਗ ਲੱਗ ਜਾਏ ਕਿ ਜਿਹੜਾ ਸਿੱਧਾ ਮੌਤ ਦੇ ਮੂੰਹ ਵਿੱਚ ਲਿਜਾ ਰਿਹਾ ਹੋਵੇ। ਬੜੇ ਭਿਆਨਕ ਰੋਗ ਨੇ, ਕੈਂਸਰ ਹੈ, ਕਈ ਐਸੀਆਂ ਬਿਮਾਰੀਆਂ ਨੇ ਵੀ ਬੰਦੇ ਨੂੰ ਸਿੱਧਾ ਮੌਤ ਦੇ ਮੂੰਹ ਵਿੱਚ ਲੈ ਜਾਂਦੀਆਂ ਨੇ। ਕਹਿੰਦੇ ਨੇ ਜੇ ਦੇਹ ਦੁੱਖ ਲਾਈਏ, ਮੇਰੇ ਸਰੀਰ ਨੂੰ, ਮੇਰੇ ਦੇਹ ਨੂੰ ਐਸਾ ਦੁੱਖ ਲੱਗ ਜਾਏ, ਐਸਾ ਰੋਗ ਲੱਗ ਜਾਏ, ਪਾਪ ਗਰਾ ਦੋਏ ਰਾਹਾ। ਤੇ ਕਹਿੰਦੇ ਨੇ ਦੋ ਗ੍ਰਹਿ ਜਿਹੜੇ ਨੇ, ਰਾਹੂ ਤੇ ਕੇਤੂ, ਗੁਰਮਤਿ ਇਹਨਾਂ ਨੂੰ ਮੰਨਦੀ ਨਹੀਂ, ਇਹਨਾਂ ਦੀ ਵਿਚਾਰਧਾਰਾ ਨੂੰ ਫੋਲੋ ਨਹੀਂ ਕਰਦੀ, ਪਰ ਇੱਥੇ ਉਦਾਹਰਣਾ ਦਿੱਤੀ ਹੈ ਵੀ ਜੇ ਰਾਹੂ ਤੇ ਕੇਤੂ ਵੀ ਮੇਰੇ ਦੁਸ਼ਮਣ ਬਣ ਜਾਣ, ਮੇਰੇ ਉਲਟ ਹੋ ਜਾਣ, ਵੀ ਤੈਨੂੰ ਅਸੀਂ ਦੁੱਖ ਦੇਣਾ ਹੈ, ਤੇਰੀ ਰਾਸ਼ੀ ਵਿੱਚ ਦੁੱਖ ਭਰ ਦੇਣੇ ਨੇ, ਪਾਪ ਗਰਾ ਦੋਏ ਰਾਹਾ। ਫਿਰ ਅੱਗੇ ਕਹਿੰਦੇ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਮੇਰੇ ਸਿਰ ਦੇ ਉੱਤੇ ਮੇਰੇ ਪਰਿਵਾਰ ਦਾ, ਮੇਰੇ ਬੱਚਿਆਂ ਦਾ, ਮੇਰਾ ਲਹੂ ਪੀਣ ਵਾਲੇ ਰਾਜੇ ਚੜ ਕੇ ਆ ਜਾਣ। ਐਵੇਂ ਜਾਪੇ ਭਾਉ ਜੇ ਤੇਰਾ ਪਿਆਰ ਇਸ ਢੰਗ ਨਾਲ ਵੀ ਮੇਰੇ ਉੱਤੇ ਪ੍ਰਗਟ ਹੋਵੇ, ਵੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਮੈਂ ਕੇਵਲ ਪਦਾਰਥਾਂ ਤੇ ਸੁੱਖ ਸਹੂਲਤਾਂ ਦੇ ਵਿੱਚ ਹੀ ਤੈਨੂੰ ਚੇਤੇ ਨਹੀਂ ਕਰਾਂਗਾ, ਤੈਨੂੰ ਗਾਵਾਂਗਾ। ਜੇ ਮੇਰੇ ਸਰੀਰ ਨੂੰ ਦੁੱਖ ਲੱਗ ਜਾਏ, ਰਾਹੂ ਕੇਤੂ ਮੇਰੇ ਉਲਟ ਹੋ ਜਾਣ, ਰਤ ਪੀਣ ਵਾਲੇ ਰਾਜੇ ਆਖਣ ਵੀ ਤੇਰਾ ਪਰਿਵਾਰ ਕੱਟ ਵੱਢ ਦੇਣਾ ਹੈ, ਤੇਰੇ ਸਿੱਖ ਮਾਰ ਦੇਣੇ ਆ, ਤੇਰੇ ਬੱਚੇ ਮਾਰ ਦੇਣੇ ਆ, ਤੈਨੂੰ ਖਤਮ ਕਰ ਦੇਣਾ ਹੈ, ਐਸੀ ਹਾਲਤ ਵਿੱਚ ਵੀ ਮਾਲਕ ਤੈਨੂੰ ਮੈਂ ਜਪਣਾ ਨਹੀਂ ਭੁੱਲਾਂਗਾ। ਸੱਚ ਜਾਣਿਓ ਸਰਸਾ ਨਦੀ ਦੇ ਕੰਢੇ ਤੇ ਰਤ ਪੀਣੀ ਫੌਜ, 10 ਲੱਖ ਦੀ ਫੌਜ ਚੜ ਕੇ ਆ ਗਈ ਹੈ। ਇੱਕ ਬੰਨੇ ਜੰਗ ਚੱਲ ਰਿਹਾ ਹੈ ਤੇ ਇੱਕ ਬੰਨੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਜਿਸ ਘੜੀ सतगुर जी आन पहुंचे सदा सरसा नदी के पास, थे चाहते कि बुझाए वो 12 पहर की प्यास, करके इशनान और बदल के नया लिबास, वाहिगुरु का जाप करे और करे सपास। उस घड़ी जपजी का पाठ करना जरूर था, गुरु ग्रंथ को पढ़ के बढ़ाना सरूर था। ਅੱਜ ਸਾਡੇ ਘਰਾਂ ਦੇ ਵਿੱਚ ਅਨੇਕਾਂ ਸੁੱਖ ਸਹੂਲਤਾਂ ਨੇ, ਮਾਲਕ ਨੇ ਬਹੁਤ ਕੁਝ ਦਿੱਤਾ ਹੈ, ਨਾ ਸਾਡੇ ਕੋਲ ਅੰਮ੍ਰਿਤ ਵੇਲਾ, ਨਾ ਸਾਡੇ ਕੋਲ ਜਪਜੀ ਸਾਹਿਬ ਜੀ ਦਾ ਪਾਠ, ਨਾ ਸ਼ਾਮ ਨੂੰ ਸ਼ੋਦਰ ਦਾ ਪਾਠ। ਉਸ ਮਾਲਕ ਦਾ ਸ਼ੁਕਰਾਨਾ ਕਰਨ ਦਾ ਸਮਾਂ ਹੀ ਸਾਡੇ ਕੋਲ ਨਹੀਂ, ਗੁਰੂ ਨੂੰ ਜਪਣ ਦਾ ਸਮਾਂ ਹੀ ਸਾਡੇ ਕੋਲ ਨਹੀਂ। ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕੇਵਲ ਸਰਸਾ ਨਦੀ ਦੇ ਕੰਢੇ ਤੇ ਹੀ ਲਹੂ ਡੁਲਵੀ ਲੜਾਈ ਹੋ ਰਹੀ ਹੈ, ਪਰਿਵਾਰ ਦਾ ਵਿਛੋੜਾ ਹੋ ਰਿਹਾ ਹੈ, ਤੇ ਉੱਥੇ ਪੜ ਰਹੇ ਨੇ ਵਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਜਦੋਂ ਸ਼ਾਮ ਦਾ ਵਕਤ ਹੁੰਦਾ ਹੈ, ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ, ਉੱਥੇ ਪਰਿਵਾਰ ਵੀ ਵਿਛੋੜਾ ਹੋ ਜਾਂਦਾ ਹੈ। 2 ਪੁੱਤਰ ਕੋਲ ਨੇ, 40 ਗਿਣਤੀ ਦੇ ਸਿੱਖ ਰਹਿ ਜਾਂਦੇ ਨੇ 1500 ਦੇ ਵਿੱਚੋਂ। ਨਾ ਮਹਿਲ ਕੋਲ ਨੇ, ਨਾ ਮਾਂ ਕੋਲ ਹੈ, ਨਾ ਛੋਟੇ ਪੁੱਤਰ ਕੋਲ ਨੇ। ਉੱਥੇ ਵੀ ਸ਼ਾਮ ਨੂੰ ਸਿੱਖਾਂ ਦੇ ਵਿੱਚ ਬੈਠ ਕੇ ਪੜ੍ਹਦੇ ਨੇ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਫਿਰ ਜਦੋਂ ਪੁੱਤਰ ਕੁਰਬਾਨ ਹੋ ਜਾਂਦੇ ਨੇ, ਚਮਕੌਰ ਦੀ ਜੰਗ ਜਿੱਤੀ ਜਾਂਦੀ ਹੈ, ਪਰ ਪੁੱਤਰ ਸ਼ਹੀਦ ਹੋ ਜਾਂਦੇ ਨੇ, ਸਿੱਖ ਸ਼ਹੀਦ ਹੋ ਜਾਂਦੇ ਨੇ,
ਛੋਟਿਆਂ ਦਾ ਪਤਾ ਨਹੀਂ, ਪਰ ਉਹਨਾਂ ਦੀ ਵੀ ਖਬਰ ਆ ਜਾਂਦੀ ਹੈ ਵੀ ਉਹ ਵੀ ਸ਼ਹੀਦ ਹੋ ਜਾਂਦੇ ਨੇ। ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਮੇਰਾ ਕਲਮ ਕੱਲਾ ਪਾਤਸ਼ਾਹ ਗਾਉਂਦਾ ਹੈ, ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ। ਤੇ ਲਾਲਾ ਦੌਲਤ ਰਾਮ ਆਰਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਭਗਤ ਮੈਨੂੰ ਸੰਸਾਰ ਦੇ ਵਿੱਚੋਂ ਨਹੀਂ ਲੱਭਦਾ। ਫਿਰ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਯੋਧਾ ਕੋਈ ਨਹੀਂ ਸੰਸਾਰ ਦੇ ਵਿੱਚ। ਯੋਧੇ ਬੜੇ ਹੋਏ ਨੇ ਸੰਸਾਰ ਦੇ ਵਿੱਚ, ਪਰ ਜਿਹੋ ਜੀ ਅਡੋਲਤਾ, ਜਿਹੋ ਜਿਹਾ ਸਾਹਸ, ਜਿਹੋ ਜੀ ਦ੍ਰਿੜਤਾ ਕਲਗੀਆਂ ਵਾਲੇ ਪਾਤਸ਼ਾਹ ਦੇ ਅੰਦਰ ਹੈ, ਉਹੋ ਜੀ ਅਡੋਲਤਾ, ਉਹੋ ਜਿਹਾ ਸਾਹਸ, ਉਹੋ ਜੀ ਦ੍ਰਿੜਤਾ ਮੈਨੂੰ ਕਿਸੇ ਯੋਧੇ ਵਿੱਚੋਂ ਵੇਖਣ ਨੂੰ ਨਹੀਂ ਮਿਲਦੀ। ਆ ਮਹਾਭਾਰਤ ਦੀ ਜੰਗ ਚੱਲ ਰਹੀ ਸੀ, ਕਹਿੰਦੇ 19 ਦਿਨ ਜੰਗ ਚੱਲੀ, ਹਜ਼ਾਰਾਂ ਯੋਧੇ ਜਿਹੜੇ ਨੇ ਇਧਰੋਂ ਉਧਰ ਹੀ ਸ਼ਹੀਦ ਹੋਏ, ਪਰ ਜੰਗ ਦਾ ਕੋਈ ਫੈਸਲਾ ਨਾ ਹੋ ਸਕਿਆ। ਪਾਂਡਵ ਯੁਧਿਸ਼ਟਰ ਕ੍ਰਿਸ਼ਨ ਜੀ ਦੇ ਕੋਲ ਆਏ, ਕਹਿਣ ਲੱਗੇ ਭਗਵਨ ਇਧਰੋਂ ਇਧਰੀ ਇੰਨੇ ਜਵਾਨ ਮਾਰੇ ਜਾ ਚੁੱਕੇ ਨੇ, ਪਰ ਜੰਗ ਦਾ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ। ਇਸ ਤਰ੍ਹਾਂ ਤੇ ਜੰਗ ਬਹੁਤ ਲੰਬੇਰੀ ਚੱਲੇਗੀ, ਜੰਗ ਜਿੱਤਿਆ ਕਿਵੇਂ ਜਾਵੇ, ਜੰਗ ਦਾ ਫੈਸਲਾ ਕਿਵੇਂ ਹੋਵੇ, ਜਾਂ ਉਹ ਜਿੱਤ ਜਾਣ ਜਾਂ ਅਸੀਂ ਜਿੱਤ ਜਾਈਏ। ਘੱਟੋ ਘੱਟ ਆ ਖੂਨ ਡੁੱਲਣਾ ਤੇ ਹਟੇ। ਇਹ 19 ਦਿਨ ਹੋ ਗਏ ਨੇ, ਹਜ਼ਾਰਾਂ ਲੋਕ ਜਿਹੜੇ ਹਨ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਤੇ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਨੇ ਜਦੋਂ ਤੱਕ ਕੌਰਵਾਂ ਵਾਲੇ ਪਾਸਿਓਂ ਦਰੋਣਾਚਾਰਿਆ ਲੜ ਰਿਹਾ ਹੈ, ਉਹਨਾਂ ਚਿਰ ਜੰਗ ਨਹੀਂ ਤੁਸੀਂ ਜਿੱਤ ਸਕਦੇ। ਕਹਿਣ ਲੱਗੇ ਫਿਰ ਉਹਨੂੰ ਰਸਤੇ ਵਿੱਚੋਂ ਹਟਾਇਆ ਕਿਵੇਂ ਜਾਏ, ਉਹਨੂੰ ਮਾਰਿਆ ਜਾਏ। ਕਹਿਣ ਲੱਗੇ ਤੁਹਾਡੇ 5 ਪਾਂਡਵਾਂ ਦੇ ਵਿੱਚੋਂ ਕੋਈ ਉਸ ਨੂੰ ਨਹੀਂ ਮਾਰ ਸਕਦਾ। ਕਹਿੰਦੇ ਨੇ ਭਗਵਨ ਕਿਹੜੀ ਗੱਲ ਕਹਿ ਰਹੇ ਹੋ, ਨਾਲੇ ਕਹਿੰਦੇ ਹੋ ਜਿੰਨਾ ਚਿਰ ਉਹ ਲੜ ਰਿਹਾ ਹੈ ਜਿੱਤਿਆ ਨਹੀਂ ਜਾਣਾ। ਜੇ ਉਹਨੂੰ ਮਾਰਨ ਦੀ ਗੱਲ ਕਰਦੇ ਆ, ਰਸਤੇ ਵਿੱਚੋਂ ਹਟਾਉਣ ਦੀ ਗੱਲ ਕਰਦੇ ਆ, ਫਿਰ ਵੀ ਕਹਿੰਦੇ ਹੋ ਵੀ ਉਹਨੂੰ ਮਾਰਿਆ ਨਹੀਂ ਜਾ ਸਕਦਾ, ਫਿਰ ਉਪਾਅ ਕੀ ਕੀਤਾ ਜਾਏ। ਕਹਿਣ ਲੱਗੇ ਹਰ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੋਇਆ ਕਰਦੀ ਹੈ। ਕਹਿੰਦੇ ਦਰੋਣਾਚਾਰਿਆ ਦਾ ਆਪਣੇ ਪੁੱਤਰ ਦੇ ਨਾਲ, ਅਸ਼ਵਥਾਮਾ ਦੇ ਨਾਲ ਬੜਾ ਪਿਆਰ ਹੈ, ਬੜਾ ਮੋਹ ਹੈ। ਮੋਹ ਵੱਡੀਆਂ ਵੱਡੀਆਂ ਯੋਧਿਆਂ ਨੂੰ, ਸੂਰਮਿਆਂ ਨੂੰ ਢਹਿ ਢੇਰੀ ਕਰ ਦਿੰਦਾ ਹੈ। ਤੁਸੀਂ ਭਖ ਦੇ ਮੈਦਾਨ ਦੇ ਵਿੱਚ ਉਹਦੇ ਨਾਲ ਆਮੋ ਸਾਹਮਣਾ ਕਰਕੇ ਦਰੋਣਾਚਾਰਿਆ ਨੂੰ ਜਿੱਤ ਨਹੀਂ ਸਕਦੇ। ਉਹਦੇ ਨੇੜੇ ਜਾ ਕੇ ਯੁਧਿਸ਼ਟਰ ਤੂੰ ਕਹਿ ਦੇ ਅਸ਼ਵਥਾਮਾ ਮਾਰਿਆ ਗਿਆ, ਅਸ਼ਵਥਾਮਾ ਮਾਰਿਆ ਗਿਆ। ਕਹਿਣ ਲੱਗੇ ਆਪਣੇ ਆਪ ਹਥਿਆਰ ਥੱਲੇ ਸੁੱਟ ਕੇ ਉਹ ਆ ਜਾਏਗਾ। ਯੁਧਿਸ਼ਟਰ ਨੇ ਜਾ ਕਰਕੇ ਕਿਹਾ ਅਸ਼ਵਥਾਮਾ ਮਾਰਿਆ ਗਿਆ, ਅਸ਼ਵਥਾਮਾ ਮਾਰਿਆ ਗਿਆ, ਅਸ਼ਵਥਾਮਾ ਵਰੋ ਨਰੋ ਕੁੰਚਰੋ। ਕਹਿੰਦੇ ਨੇ ਇਹ ਸ਼ਬਦ ਜਦੋਂ ਬੋਲੇ, ਇਹ ਬੋਲ ਜਦੋਂ ਦਰੋਣਾਚਾਰਿਆ ਦੇ ਕੰਨਾਂ ਵਿੱਚ ਪੈ ਪਈ ਮੇਰਾ ਪੁੱਤਰ ਮਾਰਿਆ ਗਿਆ ਹੈ, ਕਹਿੰਦੇ ਨੇ ਤਲਵਾਰ ਹੱਥ ਵਿੱਚੋਂ ਡਿੱਗੀ, ਮੂਰਛਿਤ ਹੋ ਕੇ ਡਿੱਗ ਗਿਆ। ਜਦੋਂ ਉਹ ਡਿੱਗਿਆ ਹੈ ਫਿਰ ਉਦੋਂ ਪਾਂਡਵਾਂ ਨੇ ਕਹਿੰਦੇ ਨੇ ਇੱਕੋ ਵਾਰੀ ਉਹਦੇ ਉੱਤੇ ਵਾਰ ਕੀਤਾ ਰਲ ਕੇ, ਤੇ ਉਹ ਯੁੱਧ ਜਿੱਤਿਆ। ਕਹਿਣ ਤੋਂ ਮੁਰਾਦ ਐਡਾ ਵੱਡਾ ਯੋਧਾ ਜੀਵਨ ਦੇ ਫੱਟ ਖਾ ਕੇ, ਸ਼ਸਤਰ ਖਾ ਕੇ, ਪੂਰਾ ਹੋ ਕੇ ਕੱਟਿਆ ਜਾਂਦਾ ਹੈ। ਤੇ ਜਦੋਂ ਸ਼ਹੀਦੇ ਜਾਮ ਪ੍ਰਾਪਤ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਦੇ ਆ। ਇੱਕ ਕਹਿੰਦੇ ਸ਼ਾਬਾਸ਼ ਪਿਸਰ ਖੂਬ ਦਰੇਰੀ ਸੇ ਲੜੇ ਹੋ, ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਸ਼ਾਬਾਸ਼ ਮੇਰੇ ਪੁੱਤਰ ਤੂੰ ਬੜੀ ਦਲੇਰੀ ਦੇ ਨਾਲ ਲੜਿਆ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ। ਪਰ ਦਲੇਰੀ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਇੱਕ ਪੁੱਤਰ ਸ਼ਹੀਦ ਹੋ ਜਾਂਦਾ ਹੈ, ਦੂਜੇ ਪੁੱਤਰ ਨੂੰ ਉਸੇ ਭਖ ਦੇ ਮੈਦਾਨ ਦੇ ਵਿੱਚ ਆਪ ਹੱਥੀਂ ਤਿਆਰ ਕਰਕੇ, ਸ਼ਸਤਰ ਅਸਤਰ ਸਜਾ ਕਰਕੇ ਆਪ ਭੇਜਦੇ ਨੇ। ਪਤਾ ਕੀ ਆਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ख्वाहिश है हमें कि तुम्हें तेग चलाते हुए देखे, ख्वाहिश है हमें कि तुम्हें सीने में बरछी खाते हुए देखे। है कोई ऐसा योद्धा गुरु गोबिंद सिंह महाराज जी वर्गा? लाला दौलत राम आर्या कहंदा गुरु गोबिंद सिंह वर्गा योद्धा कोई नहीं।
ਤੇ ਗੁਰੂ ਗੋਬਿੰਦ ਸਿੰਘ ਵਰਗਾ ਆਪਣੇ ਸਿੱਖਾਂ ਨੂੰ ਪਿਆਰ ਕਰਨ ਵਾਲਾ ਗੁਰੂ ਮੁਰਸ਼ਿਦ ਕੋਈ ਨਹੀਂ। ਗੁਰਮੁਖੋ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 3 ਸਿੱਖਾਂ ਦੇ ਨਾਲ ਨਿਕਲੇ ਨੇ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ। ਜਦੋਂ ਨਿਕਲੇ ਨੇ ਉਸ ਜਗ੍ਹਾ ਦੇ ਕੋਲ ਆਏ ਜਿੱਥੇ ਬਾਬਾ ਅਜੀਤ ਸਿੰਘ ਜੀ ਦੀ ਲਾਸ਼ ਪਈ ਹੋਈ ਸੀ, ਸਰੀਰ ਪਿਆ ਹੋਇਆ ਸੀ, ਤੇ ਨਾਲ ਹੀ ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਪਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪੁੱਤਰ ਦੇ ਸਰੀਰ ਨੂੰ ਵੇਖ ਕੇ ਅੱਗੇ ਲੰਘ ਗਏ। ਜਦੋਂ ਅੱਗੇ ਲੰਘ ਗਏ ਤੇ ਭਾਈ ਦਇਆ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਦੇ ਪਾਵਨ ਸਰੀਰ ਦੇ ਕੋਲ ਬਹਿ ਗਏ ਨੇ। ਤੇ ਭਾਈ ਦਇਆ ਸਿੰਘ ਜੀ ਨੇ ਕੀ ਕੀਤਾ, ਆਪਣਾ ਕਮਰ ਕੱਸਾ ਖੋਲਿਆ, ਉਹਨੂੰ ਅੱਧਾ ਅੱਧਾ ਪਾੜ ਕੇ ਦੋਵਾਂ ਸੁਪੁੱਤਰਾਂ ਦੇ ਉੱਤੇ ਲੱਗੇ ਪਾਉਣ। ਇਤਨੇ ਚਿਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਭਾਈ ਦਇਆ ਸਿੰਘ ਜੀ ਵੱਲ ਪੈ ਗਿਆ। ਪਿੱਛੇ ਨੂੰ ਮੁੜ ਕੇ ਜਦੋਂ ਵੇਖਿਆ ਤੇ ਭਾਈ ਦਇਆ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਦਇਆ ਸਿੰਘ ਜੀ ਇਹ ਕੀ ਕਰ ਰਹੇ ਹੋ? ਕਹਿਣ ਲੱਗੇ, ਸੱਚੇ ਪਾਤਸ਼ਾਹ, ਤੂੰ ਤੇ ਆਪਣੇ ਪੁੱਤਰ ਦੇ ਸਰੀਰ ਨੂੰ ਵੇਖ ਕੇ ਗਾਂ ਲੰਘ ਸਕਦਾ ਹੈ। ਦੁਸ਼ਮਣ ਨੇ ਸਾਰਾ ਗੁੱਸਾ ਜੋ ਤੇਰੇ ਤੇ ਸੀ ਨਾ, ਉਹ ਤੇਰੇ ਪੁੱਤਾਂ ਦੇ ਉੱਤੇ ਕੱਢਿਆ। ਵੇਖ ਤੇਰੇ ਪੁੱਤ ਦੇ ਉੱਤੇ ਕਿੰਨੇ ਫੱਟ ਨੇ, ਵੇਖਿਆ ਨਹੀਂ ਜਾ ਰਿਹਾ ਮੇਰੇ ਕੋਲ, ਛੱਲੀ ਛੱਲੀ ਹੋਇਆ ਹੈ ਪੂਰਾ ਸਰੀਰ। ਇਸ ਤੇਰੇ ਪੁੱਤਰ ਦੇ ਉੱਤੇ, ਇਸ ਪਾਵਨ ਸਰੀਰ ਦੇ ਉੱਤੇ ਮੈਂ ਚਾਹੁੰਦਾ ਵਾਂ ਕਿ ਅੱਧਾ ਅੱਧਾ ਇਹ ਜਿਹੜਾ ਇੰਨਾ ਕੁ ਕਮਰ ਕੱਸਾ, ਇਹ 2.5 ਮੀਟਰ ਦਾ ਕੱਪੜਾ ਅੱਧਾ ਅੱਧਾ ਦੋਵਾਂ ਲਾਲਾਂ ਦੇ ਉੱਤੇ ਪਾ ਦਿਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਇਹਨਾਂ ਦੋਵਾਂ ਦੀ ਲਾਸ਼ ਸਰੀਰ ਤੈਨੂੰ ਨਜ਼ਰ ਆ ਗਏ। ਆ ਜਿਹੜੇ ਮੇਰੇ ਇੱਥੇ ਸਿੱਖ, ਮੇਰੇ ਜਾਨ ਤੋਂ ਪਿਆਰੇ ਪੁੱਤ ਸਿੱਖ ਸ਼ਹੀਦ ਹੋਏ ਨੇ, ਉਹਨਾਂ ਦੇ ਸਰੀਰ ਤੈਨੂੰ ਨਜ਼ਰ ਨਹੀਂ ਆਏ? ਉਹਨਾਂ ਦੀਆਂ ਲਾਸ਼ਾਂ ਤੈਨੂੰ ਨਜ਼ਰ ਨਹੀਂ ਆਈਆਂ? ਕਹਿੰਦੇ ਨੇ, ਜੇ ਤੇ ਇਹਨਾਂ ਸਿੱਖਾਂ ਦੇ ਉੱਤੇ ਕੱਪੜਾ ਪਾ ਸਕਦਾ ਹੈ ਤੇ ਫਿਰ ਮੇਰੇ ਪੁੱਤਾਂ ਦੇ ਉੱਤੇ ਵੀ ਪਾ ਦੇ। ਜੇ ਇਹਨਾਂ ਸਿੱਖਾਂ ਦੇ ਉੱਤੇ ਕੱਪੜਾ ਨਹੀਂ ਪਾ ਸਕਦਾ ਤੇ ਮੇਰੇ ਪੁੱਤਾਂ ਤੇ ਵੀ ਨਾ ਪਾਏ। ਭਾਈ ਦਇਆ ਸਿੰਘ ਜੀ ਨੇ ਫਿਰ ਅੱਗੋਂ ਜਿਹੜੀ ਦਲੀਲ ਦਿੱਤੀ, ਜਿਹੜੀ ਗੱਲ ਆਖੀ, ਹਰ ਇੱਕ ਬਾਪ ਦਾ ਉਹ ਸੀਨਾ ਚੀਰਨ ਵਾਲੀ ਗੱਲ ਸੀ, ਡੁਲਾਉਣ ਵਾਲੀ ਗੱਲ ਸੀ। ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਮੇਰੇ ਕੋਲ ਕੱਪੜਾ ਹੀ ਇੰਨਾ ਹੈ ਵੀ 2 ਤੇਰੇ ਪੁੱਤਰਾਂ ਦੇ ਉੱਤੇ ਪੈ ਸਕਦਾ ਹੈ, ਬਾਕੀ ਸਿੱਖਾਂ ਦੇ ਸ਼ਰੀਰਾਂ ਦੇ ਉੱਤੇ ਪਾਉਣ ਵਾਸਤੇ ਮੇਰੇ ਕੋਲ ਕੱਪੜਾ ਹੈ ਹੀ ਨਹੀਂ। ਦੂਜੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਸ ਸੰਸਾਰ ਦੇ ਵਿੱਚ ਅਮੀਰ ਵੀ ਵਸਦੇ ਨੇ ਤੇ ਗਰੀਬ ਵੀ ਵਸਦੇ ਨੇ। ਭਾਵੇਂ ਅਮੀਰ ਦਾ ਬੱਚਾ ਚਲਾਣਾ ਕਰੇ ਤੇ ਭਾਵੇਂ ਗਰੀਬ ਦਾ ਬੱਚਾ ਚਲਾਣਾ ਕਰੇ। ਕਹਿੰਦੇ ਨੇ, ਭਾਵੇਂ ਅਮੀਰ ਹੋਵੇ ਤੇ ਭਾਵੇਂ ਗਰੀਬ ਹੋਵੇ, ਕੋਈ ਵੀ ਬਾਪ ਇਹ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਕਫਨ ਤੋਂ ਬਗੈਰ ਸੰਸਾਰ ਦੇ ਵਿੱਚੋਂ ਜਾਵੇ। ਗਰੀਬ ਵੀ ਭਾਵੇਂ ਮਾੜੇ ਤੋਂ ਮਾੜਾ ਕਫਨ ਖਰੀਦ ਕੇ ਲਿਆਵੇ, ਪਰ ਆਪਣੇ ਪੁੱਤਰ ਦੇ ਉੱਤੇ, ਆਪਣੇ ਬੱਚੇ ਦੇ ਉੱਤੇ ਉਹ ਕੱਪੜਾ ਜ਼ਰੂਰ ਪਾਉਂਦਾ ਹੈ। ਬਿਨਾਂ ਕਫਨ ਤੋਂ ਗਰੀਬ ਦੇ ਬੱਚੇ ਵੀ ਸੰਸਾਰ ਦੇ ਵਿੱਚੋਂ ਨਹੀਂ ਜਾਂਦੇ। ਤੇ ਉਹਨਾਂ ਨੇ ਜੋ ਬਚਨ ਕਹੇ ਉਹ ਵਾਕਈ ਹਿਰਦੇ ਨੂੰ ਚੀਰਨ ਵਾਲੇ ਸਨ। ਗਰੀਬ ਤੋਂ ਗਰੀਬ ਮਾਪੇ ਜਾਗੀ ਉਤੇ ਪੈ ਨੇ, ਕਫਨ ਬਗੈਰ 10 ਪੁੱਤ ਕਿਸ ਦੇ ਗਏ ਨੇ। ਗਰੀਬ ਤੋਂ ਗਰੀਬ ਮਾਪੇ ਜਾਗੀ ਉਤੇ ਪੈ ਨੇ, ਕਫਨ ਬਗੈਰ ਪੁੱਤ ਕਿਸ ਦੇ ਗਏ ਨੇ। ਮੈਨੂੰ 10 ਕਫਨ ਤੋਂ ਬਗੈਰ ਕਿਸ ਗਰੀਬ ਦੇ ਪੁੱਤਰ ਗਏ ਨੇ। ਇਸ ਸੰਸਾਰ ਦੇ ਵਿੱਚ ਤੇ ਜਿਸ ਇਨਸਾਨ ਦਾ ਕੋਈ ਨਹੀਂ, ਲਾਵਾਰਿਸ ਲਾਸ਼ ਹੈ,
ਚਾਰ ਦਾਨੇ ਪੁਰਸ਼ ਇਕੱਠੇ ਹੋ ਕੇ ਉਹਦੇ ਉੱਤੇ ਵੀ ਕਫਨ ਪਾ ਕੇ ਉਹਦਾ ਵੀ ਮਰਿਆਦਾ ਦੇ ਨਾਲ ਸੰਸਕਾਰ ਕਰਦੇ ਆ। ਤੇ ਤੂੰ ਮੈਨੂੰ ਆਪਣਿਆਂ ਹੀ ਪੁੱਤਾਂ ਦੇ ਉੱਤੇ ਇਹ ਕੱਪੜਾ ਨਹੀਂ ਪਾਣ ਦੇ ਰਿਹਾ। ਫਿਰ ਅੱਗੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਬਚਨ ਕਹੇ ਉਹ ਵੀ ਆਪ ਜੀ ਨੂੰ ਸੁਣਾਉਂਦਾ ਜਾਵਾਂ। ਸੁਣ ਕਰ ਬਾਤ ਸਤਿਗੁਰ ਜੀ ਬੋਲੇ, ਕਹਿਣ ਲੱਗੇ ਸੁਣ ਗੁਰ ਸਿਖਾ। ਧਰਮ ਕੀ ਰਾਹ ਪਰ ਜੋ ਹੈ ਮਰਤੇ, नहीं कफन किस्मत में लिखा। शहीद के ऊपर कफन का कपड़ा, जे शहादत का दस्तूर नहीं। केवल मेरा बेटा कफन में लेटे, जे मुझको मंजूर नहीं। जहां और भी है लाल है मेरे, जिन्होंने शहीदी पाई। पुरजा पुरजा काट मरे हैं, पर दुश्मन को ना पिठ दिखलाई। एक के ऊपर प्यार जतलाना, ये कहीं का इंसाफ नहीं। केवल मेरा बेटा कफन में लेटे, बेटों बेटों में जो फर्क है करता। दुनिया में ऐसा बाप नहीं, एक के आगे प्यार जतलाना। जे कहीं का इंसाफ नहीं। बेटों बेटों में जो फर्क है करता, दुनिया में ऐसा बाप नहीं। कहने लगे गुरु गोबिंद सिंह ओ बाप नहीं ਜਿਹੜਾ ਆਪਣੇ ਪੁੱਤਰਾਂ ਦੇ ਵਿੱਚ ਫਰਕ ਸਮਝੇ। ਜੇ ਤੂੰ ਮੇਰੇ ਸਿੱਖਾਂ ਦੇ ਉੱਤੇ ਕੱਪੜਾ ਪਾ ਸਕਦਾ ਤੇ ਮੇਰੇ ਪੁੱਤਰਾਂ ਦੇ ਉੱਤੇ ਵੀ ਪਾ ਦੇ। ਇਹ ਮੇਰੇ ਸਿੱਖ ਬਿਨਾਂ ਤਨਖਾਹ ਤੋਂ ਆਪਣੀਆਂ ਜਾਨਾਂ ਵਾਰ ਕੇ ਚਲੇ ਗਏ। ਕਹਿਣ ਲੱਗੇ ਇਹ ਮੇਰੇ ਆਪਣੇ ਪੁੱਤਰਾਂ ਤੋਂ ਵੀ ਪਿਆਰੇ ਨੇ। ਜੇ ਇਹਨਾਂ ਦੇ ਉੱਤੇ ਕੱਪੜਾ ਪਾ ਸਕਦਾ ਹੈ ਤੇ ਮੇਰੇ ਪੁੱਤਰਾਂ ਦੇ ਵੀ ਪਾ ਦੇ। ਜੇ ਇਹਨਾਂ ਦੇ ਉੱਤੇ ਨਹੀਂ ਪਾ ਸਕਦਾ ਤੇ ਮੇਰੇ ਪੁੱਤਰਾਂ ਦੇ ਉੱਤੇ ਵੀ ਨਾ ਪਾਈ। ਹੈ ਕੋਈ ਐਸਾ ਮੁਰਸ਼ਿਦ ਆਪਣੇ ਸਿੱਖਾਂ ਨੂੰ ਇਸ ਢੰਗ ਨਾਲ ਪਿਆਰ ਕਰਨ ਵਾਲਾ? ਤੇ ਲਾਲਾ ਦੌਲਤ ਰਾਮ ਆਰਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਮੁਰਸ਼ਿਦ ਪੀਰ ਕੋਈ ਨਹੀਂ ਆਪਣੇ ਸਿੱਖਾਂ ਨੂੰ ਇਸ ਢੰਗ ਨਾਲ ਪਿਆਰ ਕਰਨ ਵਾਲਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਦਾਨੀ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਦਾਨੀ ਕੋਈ ਨਹੀਂ। ਦੋਵਾਂ ਤਰ੍ਹਾਂ ਦਾ ਦਾਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਹੈ। ਅੱਜ ਇੱਕ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ, ਮੈਲੇ ਕੁਚੈਲੇ ਕੱਪੜਿਆਂ ਦੇ ਵਿੱਚ ਪੌਂਟਾ ਸਾਹਿਬ ਦੀ ਧਰਤੀ ਤੇ ਇੱਕ ਇਨਸਾਨ ਗਰੀਬੜਾ ਜਿਹਾ ਪਹੁੰਚਿਆ ਤੇ ਸਿੱਖਾਂ ਨੂੰ ਸਿੱਖ ਪੁੱਛਦੇ ਨੇ ਕਿੱਧਰ ਆਏ ਹੋ ਭਈ, ਕੀ ਲੈਣ ਆਏ ਹੋ, ਕੌਣ ਹੋ ਤੁਸੀਂ? ਕਹਿਣ ਲੱਗੇ ਮੈਂ ਵੀ ਕਵੀ ਹਾਂ ਤੇ ਮੈਂ ਵੀ ਕੁਝ ਕਵਿਤਾ ਦੀਆਂ ਸਥਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਪੇਸ਼ ਕਰਨਾ ਚਾਹੁੰਦਾ। ਤੇ ਉਹ ਸਿੱਖ ਆਖਦੇ ਨੇ ਕਵੀਆਂ ਵਾਲੀ ਹਾਲਤ ਤੇ ਜਾਪਦੀ ਨਹੀਂ। ਫਟੇ ਪੁਰਾਣੇ ਤੇਰੇ ਕੱਪੜੇ ਨੇ, ਮੈਲੇ ਕੁਚੈਲੇ ਤੇਰੇ ਕੱਪੜੇ ਨੇ। ਕਿਉਂਕਿ ਅੱਜ ਦੇ ਇਸ ਸਮੇਂ ਦੇ ਵਿੱਚ ਬੰਦੇ ਦੇ ਕੱਪੜੇ ਪਹਿਲਾਂ ਵੇਖੇ ਜਾਂਦੇ ਨੇ। ਬੰਦੇ ਨੇ ਕੱਪੜੇ ਕਿਹੋ ਜਿਹੇ ਪਾਏ ਨੇ, ਬੰਦੇ ਦਾ ਉੱਪਰ ਦਾ ਸਰੂਪ ਕਿਹੋ ਜਿਹਾ, ਇਹ ਸਭ ਕੁਝ ਵੇਖਿਆ ਜਾਂਦਾ ਹੈ। ਕਹਿਣ ਲੱਗੇ ਮੈਂ ਜੀ ਕਵੀ ਆ ਜੀ, ਮੈਨੂੰ ਵੀ ਸਮਾਂ ਦਿਓ। ਕਹਿਣ ਲੱਗੇ ਕੱਪੜੇ ਤੇਰੇ ਫਟੇ ਪੁਰਾਣੇ ਨੇ, ਮੈਲੇ ਕੁਚੈਲੇ ਕੱਪੜੇ ਨੇ, ਲੱਗਦਾ ਨਹੀਂ ਤੁਸੀਂ ਕਵੀ ਹੋ। ਕਹਿਣ ਲੱਗੇ ਮੈਂ ਕਵੀ ਆ। ਕਹਿਣ ਲੱਗੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇਜਾਜ਼ਤ ਲੈ ਕੇ ਤੁਹਾਨੂੰ ਸਮਾਂ ਦਿੱਤਾ ਜਾਏਗਾ। ਤੁਸੀਂ ਸਿੱਧਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੀ ਗੱਲ ਕਰੋ। ਤੇ ਉਹ ਸਿੱਖ ਉਸ ਗਰੀਬੜੇ ਜੇ ਨੂੰ, ਉਸ ਕਵੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਲੈ ਗਏ। ਤੇ ਜਦੋਂ ਉਹਦੇ ਕੋਲ ਲੈ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿਵੇਂ ਆਏ ਹੋ ਜੀ? ਬੜੇ ਅਦਬ ਨਾਲ, ਬੜੇ ਪਿਆਰ ਨਾਲ ਬੋਲੇ। ਕਹਿਣ ਲੱਗੇ ਅਸੀਂ ਜੀ ਕਵੀ ਆ,
ਅਸੀਂ ਵੀ ਕਵਿਤਾ ਪੇਸ਼ ਕਰਨ ਵਾਸਤੇ ਤੁਹਾਡੇ ਦਰ ਤੇ ਪਹੁੰਚੇ ਹਾਂ। ਸੁਣਿਆ ਤੁਸੀਂ ਕਵੀਆਂ ਨੂੰ ਬੜਾ ਮਾਣ ਦਿੰਦੇ ਹੋ। ਕਹਿਣ ਲੱਗੇ ਫਿਰ ਦੱਸੋ ਤੁਹਾਡਾ ਨਾਮ ਕੀ ਹੈ? ਤੇ ਉਸ ਗਰੀਬੜੇ ਜੇ ਕਵੀ ਨੇ ਆਖਿਆ ਵੀ ਸੱਚੇ ਪਾਤਸ਼ਾਹ ਜੀ, ਗਰੀਬਾਂ ਦਾ ਕਾਹਦਾ ਨਾਮ, ਨਾਮ ਤੇ ਅਮੀਰ ਲੋਕਾਂ ਦੇ ਹੋਇਆ ਕਰਦੇ ਆ। ਸਤਿਗੁਰ ਜੀ ਹੱਸ ਕੇ ਵੇਖਦੇ ਨੇ ਵੀ ਦਲੀਲ ਨਾਲ ਗੱਲ ਕਰਦਾ ਹੈ। ਕਹਿਣ ਲੱਗੇ ਫਿਰ ਵੀ ਤੁਹਾਡਾ ਕੋਈ ਨਾ ਕੋਈ ਨਾਮ ਤੇ ਹੋਵੇਗਾ ਨਾ, ਮਾਪਿਆਂ ਨੇ ਨਾਮ ਤਾਂ ਰੱਖਿਆ ਹੋਵੇਗਾ ਨਾ ਤੁਹਾਡਾ। ਕਹਿਣ ਲੱਗੇ ਜੀ ਨਾਮ ਤਾਂ ਮੇਰਾ ਮੇਰੇ ਮਾਪਿਆਂ ਨੇ ਹੰਸ ਰਾਮ ਰੱਖਿਆ ਹੈ, ਪਰ ਅੱਜ ਤੱਕ ਮੈਨੂੰ ਕਿਸੇ ਨੇ ਹੰਸ ਰਾਮ ਕਹਿ ਕੇ ਨਹੀਂ ਪੁਕਾਰਿਆ। ਮੈਨੂੰ ਸਾਰੇ ਹੰਸੂ ਹੰਸੂ ਹੀ ਕਹਿੰਦੇ ਆ, ਕਿਉਂਕਿ ਗਰੀਬ ਜੋ ਹੋਇਆ ਨਾ, ਗਰੀਬ ਪਰਿਵਾਰ ਦੇ ਵਿੱਚੋਂ ਆ, ਤੇ ਗਰੀਬਾਂ ਦਾ ਨਾਮ ਹੀ ਕੋਈ ਸਤਿਕਾਰ ਦੇ ਨਾਲ ਨਹੀਂ ਲੈਂਦਾ। ਨਾ ਤੇ ਮੇਰਾ ਹੰਸ ਰਾਮ ਹੈ ਕਲਗੀਧਰ ਪਿਤਾ ਜੀ, ਪਰ ਮੈਨੂੰ ਹੰਸੂ ਹੰਸੂ ਸਾਰੇ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੁਣਿਆ ਕਹਿਣ ਲੱਗੇ ਹੰਸ ਰਾਮ ਜੀ ਫਿਰ ਸੁਣਾਓ ਕਵਿਤਾ। ਉਹ ਇੰਨਾ ਖੁਸ਼ ਹੋਇਆ, ਉਹਦੀਆਂ ਅੱਖਾਂ ਵਿੱਚੋਂ ਅਥਰੂ ਵਗ ਗਏ। ਅੱਜ ਪਹਿਲੀ ਵਾਰ ਉਸ ਨੂੰ ਕਿਸੇ ਨੇ ਉਹਦਾ ਪੂਰਾ ਨਾਮ ਲਿਆ ਤੇ ਨਾਲ ਜੀ ਸ਼ਬਦ ਲਾਇਆ, ਤੇ ਜੀ ਸ਼ਬਦ ਵੀ ਉਸ ਨੇ ਲਾਇਆ, ਨਾਮ ਵੀ ਪੂਰਾ ਲਿਆ, ਜਿਹਦੇ ਚਰਨਾਂ ਦੇ ਵਿੱਚ ਵੱਡੇ ਵੱਡੇ ਰਾਜੇ ਝੁਕਦੇ ਆ। ਕਹਿੰਦੇ ਹੰਸ ਰਾਮ ਜੀ ਫਿਰ ਕਵਿਤਾ ਸੁਣਾਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨੇ ਕਵਿਤਾ ਸੁਣਾਈ। ਕਹਿੰਦੇ ਨੇ ਇੱਕ ਕਵਿਤਾ ਸੁਣੀ, ਦੋ ਕਵਿਤਾ ਸੁਣੀ, ਪੂਰਾ ਸਵਾ ਘੰਟਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਵਿਤਾ ਸੁਣਾਉਂਦਾ ਰਿਹਾ। ਜਦੋਂ ਕਵਿਤਾ ਦੀ ਸਮਾਪਤੀ ਹੋਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖ ਖਜ਼ਾਨਚੀ ਨੂੰ ਬੁਲਾਇਆ। ਕਹਿਣ ਲੱਗੇ ਖਜ਼ਾਨੇ ਦੇ ਵਿੱਚ ਕਿੰਨੀਆਂ ਕੁ ਮੋਹਰਾਂ ਪਈਆਂ ਨੇ? ਕਹਿਣ ਲੱਗੇ 1800 ਰਜਤ ਪਏ ਹੋਏ ਨੇ। ਕਹਿੰਦੇ ਸਾਰੇ ਦੇ ਸਾਰੇ ਪੋਟਲੀਆਂ ਬੰਨ ਕੇ ਇਸ ਹੰਸ ਰਾਮ ਕਵੀ ਜੀ ਨੂੰ ਇਹਦੀ ਝੋਲੀ ਵਿੱਚ ਪਾ ਦਿਓ, ਨਾਲ ਇੱਕ ਸੋਹਣਾ ਹਾਥੀ ਤਿਆਰ ਕਰੋ, ਉਹਦੇ ਉੱਤੇ ਪਾਲਕੀ ਸਜਾਓ, ਨਾਲ ਅੱਗੇ 11 ਸਿੱਖ ਤਿਆਰ ਬਰ ਤਿਆਰ ਅੱਗੇ ਨਗਾੜਾ ਵਜਾਉਂਦੇ ਹੋਏ ਪੂਰੇ ਸਤਿਕਾਰ ਅਦਬ ਦੇ ਨਾਲ। ਕਹਿੰਦੇ ਨੇ ਇਹਨਾਂ ਦੇ ਘਰ ਵਿੱਚ ਇਹਨਾਂ ਨੂੰ ਹਾਥੀ ਤੇ ਸਵਾਰ ਕਰਕੇ ਢੋਲ ਨਗਾੜੇ ਵਜਾਉਂਦਿਆਂ ਹੋਇਆਂ ਇਹਨਾਂ ਨੂੰ ਸਤਿਕਾਰ ਦੇ ਨਾਲ ਛੱਡ ਕੇ ਆਓ। ਲੋਕ ਵੇਖਣ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਘਰ ਦਾ ਕਵੀ ਅੱਜ ਕਵਿਤਾ ਸੁਣਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚੋਂ ਜਾ ਰਿਹਾ ਹੈ। ਤੇ ਕਹਿੰਦੇ ਨੇ ਕਵੀ ਹੰਸ ਰਾਮ ਜੀ ਨੂੰ ਅੱਜ ਹਾਥੀ ਦੇ ਉੱਤੇ ਬਿਠਾਇਆ ਗਿਆ, ਸੋਹਣੀ ਪਾਲਕੀ ਸਜਾਈ ਗਈ, ਸੋਹਣੇ ਵਸਤਰ ਉਹਨਾਂ ਨੇ ਪਹਿਨੇ ਨੇ। ਅੱਗੇ ਸਿੱਖ ਜਿਹੜੇ ਹਨ ਨਗਾੜਾ ਵਜਾਉਂਦੇ ਹੋਏ ਉਹ ਲੰਘ ਰਹੇ ਨੇ। ਤੇ ਜਦੋਂ ਅੱਧ ਕੁ ਰਸਤੇ ਦੇ ਵਿੱਚ ਆਏ ਨਾ, ਤੇ ਉੱਥੇ ਕਿਰਪਾਲ ਚੰਦ ਰਾਜਾ ਕਟੌਚੀਆ ਉਹਦੀ ਰਿਆਸਤ ਸੀ। ਜਦੋਂ ਉਹਦੇ ਨੇੜੇ ਪਹੁੰਚੇ ਤੇ ਉਹ ਸ਼ਿਕਾਰ ਖੇਡਣ ਆਇਆ ਹੋਇਆ ਸੀ, ਤੇ ਉਹਦੀਆਂ ਨਜ਼ਰਾਂ ਇਹ 11 ਸਿੱਖ ਅੱਗੇ ਨੇ ਨਗਾੜਾ ਵਜਾਉਂਦੇ ਹੋਏ ਆ ਰਹੇ ਨੇ, ਤੇ ਹਾਥੀ ਉੱਤੇ ਇੱਕ ਬਹੁਤ ਸੋਹਣੀ ਪੁਸ਼ਾਕ ਰਾਜਿਆਂ ਮਹਾਰਾਜਿਆਂ ਵਾਲੀ ਪਾ ਕੇ ਤੇ ਖਜ਼ਾਨੇ ਲੱਦੇ ਹੋਏ ਨੇ। ਜਦੋਂ ਵੇਖਿਆ ਤੇ ਕਹਿਣ ਲੱਗੇ ਵੀ ਇਹ ਸਾਡੀ ਇਸ ਰਿਆਸਤ ਦੇ ਵਿੱਚ ਨਵਾਂ ਰਾਜਾ ਕਿਹੜਾ ਆ ਗਿਆ? ਅੱਜ ਤੱਕ ਇਹੋ ਜਿਹਾ ਰਾਜਾ ਮੈਂ ਸਾਰੇ 22 ਦੇ 22 ਰਿਆਸਤ ਰਾਜਿਆਂ ਨੂੰ ਜਾਣਦਾ ਵਾਂ, ਇਹ ਨਵਾਂ ਰਾਜਾ ਕਿਹੜਾ ਹੈ? ਜਦੋਂ ਲਾਗੇ ਆਏ ਤੇ ਝੁੱਕ ਕੇ ਨਮਸਕਾਰ ਕਰਦਾ ਕਿਰਪਾਲ ਚੰਦ ਰਾਜਾ ਵੀ ਤੁਸੀਂ ਨਵੇਂ ਆਏ ਹੋ, ਤੁਸੀਂ ਕੋਈ ਨਵੀਂ ਰਿਆਸਤ ਆਪਣੀ ਇੱਥੇ ਬਣਾਈ ਹੈ, ਤੁਸੀਂ ਕਿਹੜੀ ਰਿਆਸਤ ਦੇ ਮਾਲਕ ਹੋ? ਹੰਸ ਰਾਮ ਜੀ ਦੀਆਂ ਅੱਖਾਂ ਦੇ ਵਿੱਚੋਂ ਅਥਰੂ, ਵਾਹ ਓਏ ਕਲਗੀਆਂ ਵਾਲਿਆ, ਅੱਜ ਗਰੀਬ ਨੂੰ ਹਾਥੀ ਦੇ ਉੱਤੇ ਬਿਠਾ ਕਰਕੇ ਮੰਗਤੇ ਨੂੰ ਅੱਜ ਰਾਜੇ ਦੇ ਕੋਲੋਂ ਨਮਸਕਾਰਾਂ ਕਰਾਈ ਜਾਂਦਾ ਹੈ। ਤੇ ਗੁਰਮੁਖੋ ਅੱਜ ਕਿਰਪਾਲ ਚੰਦ ਰਾਜਾ ਅੱਜ ਝੁਕ ਕੇ ਅੱਜ ਹੱਥ ਜੋੜ ਕੇ ਪੁੱਛਦਾ ਤੁਹਾਡਾ ਨਾਮ ਕੀ ਹੈ, ਕਿਹੜੀ ਰਿਆਸਤ ਦੇ ਮਾਲਕ ਹੋ, ਕਿੱਥੋਂ ਦੇ ਰਾਜੇ ਹੋ ਤੁਸੀਂ? ਅੱਗੋਂ ਕਵੀ ਹੰਸ ਰਾਮ ਜੀ ਕਹਿੰਦੇ ਮੈਂ ਕੋਈ ਰਾਜਾ ਨਹੀਂ ਆ, ਮੈਂ ਮੰਗਤਾ ਵਾਂ। ਕਿਰਪਾਲ ਚੰਦ ਹੱਸ ਗਿਆ, ਕਹਿੰਦੇ ਮਜ਼ਾਕ ਕਰਦੇ ਹੋ? ਕਹਿਣ ਲੱਗੇ ਮੰਗਤੇ ਕਿਵੇਂ ਹੋ ਤੁਸੀਂ? ਇੰਨਾ ਖਜ਼ਾਨਾ ਤੁਹਾਡੇ ਕੋਲ ਭਰਿਆ ਹੋਇਆ ਹੈ, ਹਾਥੀ ਦੇ ਉੱਤੇ ਸੋਹਣੀ ਪਾਲਕੀ ਤੁਸੀਂ ਸਜਾ ਕਰਕੇ ਬੈਠੇ ਹੋਏ ਹੋ, ਅੱਗੇ 11 ਤੁਹਾਡੇ ਸੈਨਿਕ ਸਿੱਖ ਨਗਾੜਾ ਵਜਾਉਂਦੇ ਤੇ ਰਾਜੇ ਮਹਾਰਾਜਿਆਂ ਦੀਆਂ ਨਿਸ਼ਾਨੀਆਂ ਨੇ। ਕਹਿਣ ਲੱਗੇ ਸੱਚ ਜਾਣਿਓ ਮੈਂ ਰਾਜਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਦਾ ਮੰਗਤਾ ਕਵੀ ਆ ਜਾ ਰਿਹਾ ਵਾਂ।
ਉਹ ਕਿਰਪਾਲ ਚੰਦ ਰਾਜਾ ਵੀ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਦੇ ਮੰਗਤੇ ਇਸ ਤਰ੍ਹਾਂ ਪਾਲਕੀਆਂ ਤੇ ਸਵਾਰ ਹੋ ਕੇ ਆਉਂਦੇ ਨੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਡਾ ਅਮੀਰ, ਕਿੱਡਾ ਅੰਦਰੋਂ ਪਾਤਸ਼ਾਹ ਸ਼ਹਿਨਸ਼ਾਹ ਹੋਵੇਗਾ। ਤੇ ਗੁਰਮੁਖੋ ਕਵੀ ਹੰਸਰਾਜ ਜੀ ਉਹਨਾਂ 52 ਕਵੀਆਂ ਦੇ ਵਿੱਚ ਉਦਣ ਸ਼ਾਮਲ ਹੋਏ। ਮੈਂ ਗੱਲ ਕਰ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੇ ਬਾਹਰ ਦਾ ਦਾਨ ਦਿੱਤਾ ਹੈ ਤਾਂ ਵੀ ਦਿਲ ਖੋਲ ਕੇ ਦਿੱਤਾ ਹੈ। ਤੇ ਜੇ ਚਲੋ ਇਹ ਤੇ ਦਾਨ ਧਨ ਦੌਲਤ ਪਦਾਰਥ ਹਰ ਕੋਈ ਦੇ ਸਕਦਾ ਹੈ, ਪਰ ਜਿਹੜਾ ਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਦੇਸ਼ ਦੀ ਝੋਲੀ ਵਿੱਚ ਪਾਇਆ, ਸਾਡੇ ਪੰਥ ਸਿੱਖ ਕੌਮ ਦੀ ਝੋਲੀ ਵਿੱਚ ਪਾਇਆ, ਉਹੋ ਜਿਹਾ ਦਾਨ ਅੱਜ ਤੱਕ ਮਾਈਕਾ ਲਾਲ ਕੋਈ ਨਹੀਂ ਕਰ ਸਕਿਆ। ਚਾਰੇ ਪੁੱਤਰ ਆਪਣੀ ਪੰਥ ਆਪਣੀ ਕੌਮ ਦੀ ਝੋਲੀ ਵਿੱਚ ਪਾ ਦਿੱਤੇ। ਛੋਟੀ ਜਿਹੀ ਗਾਥਾ ਕਹਿ ਕੇ ਮੈਂ ਸਮਾਪਤੀ ਕਰਾਂ। ਆਪਾਂ ਪੰਕਤੀਆਂ ਜ਼ਰੂਰ ਪੜ੍ਹਦੇ ਹਾਂ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਚਾਰ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਉੱਤੋਂ ਵਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੇਖਦੇ ਪਏ ਨੇ ਕਿ ਅੱਜ ਮਾਤਾ ਗੁਜਰ ਕੌਰ ਉਹਨਾਂ ਦੀ ਸਤਿਕਾਰਯੋਗ ਮਾਤਾ ਆਪਣਿਆਂ ਚਾਰਿਆਂ ਪੋਤਰਿਆਂ ਦੇ ਨਾਲ ਬੜਾ ਖੇਡਦੇ ਪਏ ਨੇ। ਦਾਦੀ ਬੜੀ ਖੁਸ਼ ਹੈ। ਇੱਕ ਪੱਟ ਦੇ ਉੱਤੇ ਬਾਬਾ ਜੋਰਾਵਰ ਸਿੰਘ ਬੈਠੇ, ਇੱਕ ਪੱਟ ਦੇ ਉੱਤੇ ਬਾਬਾ ਫਤਿਹ ਸਿੰਘ ਜੀ ਬੈਠੇ, ਤੇ ਆਲੇ ਦੁਆਲੇ ਦੋਵੇਂ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਖਲੋਤੇ, ਇੱਕ ਮੋਢੇ ਤੇ ਇੱਧਰ ਇੱਕ ਮੋਢੇ ਤੇ ਇੱਧਰ, ਤੇ ਬੜੇ ਖੁਸ਼ ਨੇ ਆਪਣੇ ਬੱਚਿਆਂ ਦੇ ਨਾਲ, ਪੋਲੇ ਪੋਲੇ ਮੂੰਹ ਦੇ ਨਾਲ ਗੱਲਾਂ ਕਰਦੇ ਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੂਰੋਂ ਵੇਖਦੇ ਨੇ, ਬੜੇ ਪ੍ਰਸੰਨ ਹੋਏ ਵੀ ਅੱਜ ਦਾਦੀ ਬਹੁਤ ਲਾਡ ਲੜਾ ਰਹੀ ਹੈ ਆਪਣੇ ਇਹਨਾਂ ਪੋਤਰਿਆਂ ਦੇ ਨਾਲ। ਜਦੋਂ ਨੇੜੇ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਮਾਂ ਅੱਜ ਬੜਾ ਪਿਆਰ ਆ ਰਿਹਾ ਹੈ ਆਪਣੇ ਪੋਤਰਿਆਂ ਦੇ ਉੱਤੇ, ਤੇ ਪੋਤਰੇ ਵੀ ਬੜਾ ਪਿਆਰ ਆਪਣਾ ਨਿਸ਼ਾਵਰ ਕਰ ਰਹੇ ਨੇ ਆਪਣੀ ਦਾਦੀ ਦੇ ਉੱਤੋਂ। ਕਹਿਣ ਲੱਗੇ, ਪੁੱਤ ਅੱਜ ਮੈਂ ਬੜੀ ਖੁਸ਼ ਹਾਂ, ਬੜੀ ਖੁਸ਼ ਹਾਂ ਅੱਜ ਮੈਂ। ਕਹਿਣ ਲੱਗੇ, 33 ਸਾਲ ਤੱਕ ਮੈਂ ਮਮਤਾ ਨੂੰ ਆਪਣੇ ਅੰਦਰ ਦਬਾ ਕੇ ਰੱਖਿਆ, ਮਾਲਕ ਨੇ 33 ਸਾਲਾਂ ਬਾਅਦ ਤੇਰੇ ਵਰਗਾ ਪੁੱਤ, ਤੇਰੇ ਵਰਗਾ ਯੋਧਾ ਮੇਰੀ ਕੁੱਖ ਦੇ ਵਿੱਚੋਂ ਜਨਮ ਦਿੱਤਾ। ਮੈਂ ਮਮਤਾ ਜਿੰਨੀ ਵੀ ਡੁਲਾ ਸਕੀ ਤੇਰੇ ਉੱਤੇ ਡੋਲੀ ਮਮਤਾ, ਤੇ ਮੈਨੂੰ ਚਲੋ ਪੁੱਤਰ ਤੇ 33 ਸਾਲਾਂ ਬਾਅਦ ਤੇਰੇ ਵਰਗਾ ਮੇਰੇ ਘਰ ਦੇ ਵਿੱਚ ਆਇਆ, ਮੈਨੂੰ ਇੰਨਾ ਵੱਡਾ ਇੰਤਜ਼ਾਰ ਕਰਨਾ ਪਿਆ, ਪਰ ਮਾਲਕ ਨੇ ਮੈਨੂੰ ਪੋਤਰੇ ਦੇਣ ਲੱਗਿਆਂ ਦੇਰੀ ਨਹੀਂ ਲਾਈ। ਆ 4 ਪੋਤਰੇ ਮੇਰੀ ਗੋਦੀ ਵਿੱਚ ਨੇ, ਤੇ ਮੈਂ ਇਹਨਾਂ ਨੂੰ ਜਦੋਂ ਵੇਖਦੀ ਆ ਨਾ ਸਾਰੇ ਗਮ ਭੁੱਲ ਜਾਂਦੇ ਨੇ। ਜੀ ਕਰਦਾ ਇਹਨਾਂ ਨੂੰ ਆਪਣੀ ਗੋਦੀ ਵਿੱਚ ਬਿਠਾਈ ਰੱਖਾਂ, ਇਹਨਾਂ ਨੂੰ ਚੁੰਮਦੀ ਰਵਾਂ ਤੇ ਇਹਨਾਂ ਨਾਲ ਗੱਲਾਂ ਕਰਦੀ ਰਵਾਂ। ਜਦੋਂ ਐਸੀ ਬਾਤ ਸੁਣੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਮਾਂ ਇਹ ਤੇਰੇ 4 ਪੋਤਰੇ ਨਹੀਂ, ਇਹ 4 ਗੁਣ ਨੇ। ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲੋਂ ਇਹ 4 ਗੁਣ ਮੰਗ ਕੇ ਲਏ ਨੇ, ਤੇ ਇਹ ਚਾਰੇ ਗੁਣ ਜਿਹੜੇ ਨੇ ਇਹਨਾਂ ਤੇਰੇ 4 ਪੋਤਰਿਆਂ ਨੂੰ ਵਾਰ ਕੇ ਇਹਨਾਂ ਵਿੱਚੋਂ ਕੱਢ ਕੇ ਮੈਂ ਖਾਲਸੇ ਪੰਥ ਆਪਣੇ ਸਿੱਖਾਂ ਦੀ ਝੋਲੀ ਵਿੱਚ, ਪੁੱਤਰਾਂ ਦੀ ਝੋਲੀ ਵਿੱਚ ਪਾ ਦੇਣੇ ਨੇ। ਮਾਤਾ ਗੁਜਰ ਕੌਰ ਜੀ ਨੇ ਜਦੋਂ ਇਹ ਬਾਤ ਸੁਣੀ, ਕਹਿਣ ਲੱਗੇ, ਪੁੱਤ ਕਿਹੋ ਜੀਆਂ ਗੱਲਾਂ ਕਰਦਾ, ਇਹ ਮੇਰੇ ਪੋਤਰੇ ਨੇ, ਆ ਮੇਰਾ ਅਜੀਤ ਸਿੰਘ ਵੱਡਾ, ਆ ਮੇਰਾ ਜੁਝਾਰ ਸਿੰਘ, ਆ ਮੇਰਾ ਜੋਰਾਵਰ ਸਿੰਘ, ਆ ਮੇਰਾ ਫਤਿਹ ਸਿੰਘ, ਇਹ ਮੇਰੇ 4 ਪੋਤਰੇ ਨੇ। ਕਹਿਣ ਲੱਗੇ, ਨਹੀਂ, ਤੂੰ ਨਾਮ ਇਹਨਾਂ ਦੇ ਚੇਤੇ ਕਰਾਏ ਨੇ, ਇਹ 4 ਗੁਣ ਨੇ, ਇਹਨਾਂ ਨੂੰ ਵਾਰ ਕਰਕੇ ਮੈਂ 4 ਗੁਣ ਖਾਲਸੇ ਦੀ ਝੋਲੀ ਵਿੱਚ ਪਾਣੇ ਨੇ। ਮਾਂ ਕਹਿੰਦੀ, ਤੇਰੀਆਂ ਰਮਜਾਂ ਮੈਨੂੰ ਸਮਝ ਨਹੀਂ ਆਉਂਦੀਆਂ, ਸੱਚ ਜਾਣਿਓ। ਕਹਿਣ ਲੱਗੇ, ਆ ਜਿਹੜਾ ਵੱਡਾ ਅਜੀਤ ਸਿੰਘ ਹੈ, ਇਹਨੂੰ ਮੈਂ ਵਾਰ ਕਰਕੇ ਆਪਣੇ ਖਾਲਸੇ ਦੀ ਝੋਲੀ ਵਿੱਚ ਅਜਿੱਤਤਾ ਵਾਲਾ ਗੁਣ ਪਾਉਣਾ ਹੈ, ਕਿਉਂਕਿ ਆ ਜਿਹੜੇ ਅੰਦਰ ਦੇ ਵਿਕਾਰ ਨੇ ਇਹ ਵੀ ਬੰਦੇ ਨੂੰ ਅੰਦਰੋਂ ਹਰਾ ਦਿੰਦੇ ਨੇ। 4 ਬਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ ਪੰਚੋਂ ਹੀ ਮੋਏ ਸਲੀਰੇ, ਜਿਨ ਮਨ ਮਾਰੇ ਪੰਚ ਸ਼ੂਰਬੀਰ ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ। ਭਾਵੇਂ ਵੱਡੇ ਤੋਂ ਵੱਡਾ ਯੋਧਾ ਜੰਗ ਦੇ ਮੈਦਾਨ ਵਿੱਚ ਦੂਸਰੇ ਯੋਧੇ ਦੀ ਪਿੱਠ ਲਗਾ ਕੇ ਆ ਜਾਵੇ, ਹਰਾ ਕੇ ਆ ਜਾਵੇ, ਪਰ ਇਹਨਾਂ 5 ਵਿਕਾਰਾਂ ਨੇ ਦੂਜਿਆਂ ਦੀ ਪਿੱਠ ਲਗਾਉਣ ਵਾਲਿਆਂ ਯੋਧਿਆਂ ਦੀ ਪਿੱਠਾਂ ਲਗਾ ਦਿੱਤੀਆਂ।
ਰਾਵਣ ਵਰਗੇ ਨੂੰ ਨਿਸਤਨਾਬੂਦ ਕਰ ਦਿੱਤਾ, ਰਣਾਕਸ਼ ਵਰਗੇ ਨੂੰ ਹੰਕਾਰ ਖਾ ਗਿਆ। ਬੜੇ ਬੜੇ ਯੋਧੇ ਇਹਨਾਂ ਨੇ ਦਲ ਮਲ ਦਿੱਤੇ ਤੇ ਕਹਿੰਦੇ ਨੇ ਮੈਂ ਆਪਣੇ ਖਾਲਸੇ ਨੂੰ ਅਜਿੱਤ ਰੱਖਣਾ ਹੈ, ਨਾ ਮੇਰਾ ਖਾਲਸਾ ਅੰਦਰੋਂ ਹਾਰੇ ਤੇ ਨਾ ਮੇਰਾ ਖਾਲਸਾ ਬਾਹਰੋਂ ਹਾਰੇ। ਮੇਰੇ ਖਾਲਸੇ ਨੂੰ ਨਿੰਦਿਆ ਨਾ ਜਿੱਤ ਸਕੇ, ਚੁਗਲੀ ਨਾ ਜਿੱਤ ਸਕੇ, ਠੱਗੀ ਬੇਈਮਾਨੀ ਨਾ ਹਰਾ ਸਕੇ, ਮੇਰੇ ਖਾਲਸੇ ਨੂੰ ਪੰਜੇ ਵਿਕਾਰ ਨਾ ਹਰਾ ਸਕਣ। ਮੇਰਾ ਖਾਲਸਾ ਹਮੇਸ਼ਾ ਜਿੱਤਦਾ ਰਵੇ, ਕਿਉਂਕਿ ਇਹਨੇ ਜਿੱਤ ਦੇ ਝੰਡੇ ਰਹਿੰਦੀ ਦੁਨੀਆ ਤੱਕ ਗੱਡਣੇ ਹਾਂ। ਤੇ ਮੈਂ ਆਪਣੇ ਖਾਲਸੇ ਦੇ ਅੰਦਰ ਅਜਿੱਤਤਾ ਦਾ ਗੁਣ ਆਪਣੇ ਅਜੀਤ ਸਿੰਘ ਜੀ ਨੂੰ ਕੁਰਬਾਨ ਕਰਕੇ ਖਾਲਸੇ ਦੀ ਝੋਲੀ ਵਿੱਚ ਪਾਉਣਾ ਹੈ। ਤੇ ਗੁਰਮੁਖੋ ਫਿਰ ਕਹਿੰਦੇ ਨੇ ਜਿੱਤੇਗਾ ਉਹ ਜਿਹੜਾ ਜੂਝਣਾ ਜਾਣਦਾ ਹੋਵੇ। ਜਿੱਤੇਗਾ ਤੇ ਉਹ ਨਾ ਜਿਹੜਾ ਮੈਦਾਨੇ ਜੰਗ ਦੇ ਵਿੱਚ ਟੇਕ ਹੀ ਨਾ ਸਕਿਆ, ਜੂਝ ਹੀ ਨਾ ਸਕਿਆ, ਉਹ ਜਿੱਤੇਗਾ ਕਿਵੇਂ? ਕਹਿਣ ਲੱਗਾ ਅਗਲਾ ਮੇਰਾ ਪੁੱਤ ਜਿਹੜਾ ਜੁਝਾਰ ਸਿੰਘ ਹੈ ਨਾ, ਇਹਨੂੰ ਕੁਰਬਾਨ ਕਰਕੇ ਮੈਂ ਜੂਝਣ ਵਾਲਾ ਗੁਣ ਆਪਣੇ ਖਾਲਸੇ ਦੀ ਝੋਲੀ ਵਿੱਚ ਪਾਉਣਾ ਹੈ, ਕਿਉਂਕਿ ਜਿੱਤੇਗਾ ਉਹ ਜਿਹੜਾ ਜੂਝੇਗਾ। ਅਜਿੱਤ ਵਾਲਾ ਗੁਣ ਅਜੀਤ ਸਿੰਘ ਦੇ ਅੰਦਰੋਂ, ਤੇ ਜਿੱਤੇਗਾ ਉਹ ਅਜਿੱਤ ਉਹ ਰਵੇਗਾ ਜਿਹੜਾ ਜੂਝਣਾ ਜਾਣਦਾ ਹੋਵੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਜੂਝੇ, ਇਹਨਾਂ ਦੇ ਉੱਤੇ ਫਤਿਹ ਹਾਸਲ ਕਰੇ, ਤੇ ਬਾਹਰੀ ਦੁਸ਼ਮਣ ਆਵੇ ਇਹਨੂੰ ਸਰਕਾਰਾਂ ਨਾਲ ਜੂਝਣਾ ਪੈ ਜਾਏ, ਇਹਨੂੰ ਬਾਹਰੋਂ ਦੁਸ਼ਮਣਾਂ ਨਾਲ ਜੂਝਣਾ ਪੈ ਜਾਏ, ਇਹ ਅੱਕੇ ਨਾ, ਇਹ ਥੱਕੇ ਨਾ, ਇਹ ਜਿੱਤ ਇਹ ਫਤਿਹ ਹਾਸਲ ਕਰਕੇ ਹੀ ਸਾਹ ਲਵੇ। ਇਸ ਕਰਕੇ ਇਹਦੇ ਅੰਦਰ ਮੈਂ ਜੂਝਣ ਵਾਲਾ ਗੁਣ ਪਾਣਾ, ਜੁਝਾਰ ਸਿੰਘ ਨੂੰ ਕੁਰਬਾਨ ਕਰਕੇ ਮੈਂ ਜੂਝਣ ਵਾਲਾ ਗੁਣ ਪਾਣਾ। ਦੂਸਰਾ ਗੁਣ ਹੋ ਗਿਆ ਜੀ, ਕਹਿੰਦੇ ਜੂਝੇਗਾ ਉਹ ਜਿਹਦੀਆਂ ਬਾਹਾਂ ਵਿੱਚ ਜ਼ੋਰ ਹੋਵੇਗਾ। ਕਹਿੰਦੇ ਆ ਜਿਹੜਾ ਜੋਰਾਵਰ ਸਿੰਘ ਆ ਨਾ, ਇਹਨੂੰ ਕੁਰਬਾਨ ਕਰਕੇ ਕਹਿੰਦੇ ਨੇ ਇਹਦੀਆਂ ਬਾਹਾਂ ਦਾ ਜ਼ੋਰ ਕੱਢ ਕੇ ਮੈਂ ਖਾਲਸੇ ਦੀਆਂ ਬਾਹਾਂ ਦੇ ਵਿੱਚ ਧਰ ਦੇਣਾ ਏ, ਤਾਂ ਕਿ ਮੇਰਾ ਖਾਲਸਾ ਜੂਝਦਾ ਰਵੇ, ਕਿਉਂਕਿ ਉਹਨੂੰ ਜੋਰਾਵਰ ਸਿੰਘ ਦੀਆਂ ਬਾਹਾਂ ਦੇ ਵਿੱਚੋਂ ਤਾਕਤ ਮਿਲਦੀ ਰਵੇ। ਫਿਰ ਕਹਿੰਦੇ ਨੇ ਕਈ ਵਾਰੀ ਜੰਗ ਲੰਮੇ ਚੱਲਦੇ ਨੇ ਪਰ ਫੈਸਲਾ ਕੋਈ ਨਹੀਂ ਹੁੰਦਾ। ਜਿਵੇਂ ਹੁਣੇ ਪਾਂਡਵਾਂ ਤੇ ਕੌਰਵਾਂ ਦਾ ਜੰਗ ਮੈਂ ਤੁਹਾਨੂੰ ਚੇਤੇ ਕਰਾਇਆ, 19 ਦਿਨ ਤੱਕ ਫੈਸਲਾ ਨਹੀਂ ਸੀ ਹੋਇਆ। ਕਹਿਣ ਲੱਗੇ ਫੈਸਲੇ ਨਹੀਂ ਹੁੰਦੇ, ਤੇ ਕਹਿੰਦੇ ਨੇ ਮੇਰਾ ਖਾਲਸਾ ਜਿਸ ਵੀ ਮੁਹਿੰਮ ਦੇ ਨੂੰ ਹੱਥ ਪਾਏਗਾ, ਜਿਹੜੀ ਵੀ ਜੰਗ ਛਿੜੇਗੀ, ਉਹਨੂੰ ਫਤਿਹ ਤੱਕ ਪਹੁੰਚਾ ਕੇ ਸਾਹ ਲਵੇਗਾ। ਆ ਜਿਹੜਾ ਮੇਰਾ ਨਿੱਕੜਾ ਜਿਹਾ ਪੋਤਰਾ ਜਿਹੜਾ ਤੇਰੇ ਸੱਜੇ ਪੱਟ ਦੇ ਉੱਤੇ ਲੱਤ ਦੇ ਉੱਤੇ ਬੈਠਾ ਹੋਇਆ ਨਾ, ਜਿਹਦਾ ਬੜੀਆਂ ਤੋਤਲੀਆਂ ਪਿਆਰ ਵਾਲੀਆਂ ਗੱਲਾਂ ਤੇਰੇ ਨਾਲ ਕਰਦਾ ਪਿਆ, ਇਹਨੂੰ ਕੁਰਬਾਨ ਕਰਕੇ, ਇਹਨੂੰ ਵਾਰ ਕਰਕੇ ਇਹਦੇ ਅੰਦਰੋਂ ਫਤਿਹ ਕੱਢ ਕੇ ਮੈਂ ਆਪਣੇ ਖਾਲਸੇ ਦੀ ਝੋਲੀ ਵਿੱਚ ਪਾਉਣੀ ਹੈ। ਮੇਰਾ ਖਾਲਸਾ ਕੇਵਲ ਜੰਗ ਲੜੇਗਾ ਹੀ ਨਹੀਂ, ਫਤਿਹ ਕਰਕੇ ਸਾਹ ਲਵੇਗਾ। ਸੱਚ ਜਾਣਿਓ ਖਾਲਸਾ ਜਦੋਂ ਗੁਰੂ ਦਾ ਆਸਰਾ ਲੈ ਕੇ ਕਿਸੇ ਮੁਹਿੰਮ ਨੂੰ ਛੇੜਦਾ ਹੈ ਨਾ, ਫਤਿਹ ਕਰਕੇ ਹੀ ਸਾਹ ਲੈਂਦਾ, ਅੱਧ ਵਿਚਾਲੇ ਛੱਡ ਕੇ ਨਹੀਂ ਜੇ ਜਾਂਦਾ। 13 ਮਹੀਨੇ ਮੋਰਚਾ ਚੱਲਿਆ ਹੈ, ਇਹ ਖਾਲਸੇ ਦੀ ਦੇਣ ਹੈ। ਇਹ ਜਿੱਤ ਤੱਕ ਪਹੁੰਚਿਆ, ਮੁਕਾਮ ਤੱਕ ਪਹੁੰਚਿਆ। ਕੀ ਹੀਲੇ ਵਸੀਲੇ, ਕਿਹੜਾ ਉਹਨਾਂ ਨੇ ਆਪਣੇ ਵੱਲੋਂ ਉਪਰਾਲਾ ਯਤਨ ਨਹੀਂ ਕੀਤਾ ਵੀ ਇਸ ਅੰਦੋਲਨ ਨੂੰ ਉਹ ਫੇਲ ਕਰ ਸਕਣ। ਉਹਨਾਂ ਨੇ ਪ੍ਰੈਸ਼ਰ ਵਾਲੀਆਂ ਮਸ਼ੀਨਾਂ ਲਾ ਕਰਕੇ ਸਾਡੇ ਉਹਨਾਂ ਨੌਜਵਾਨ ਸਿੱਖਾਂ ਦੀਆਂ ਛਾਤੀਆਂ ਦੇ ਉੱਤੇ ਫਵਾਰੇ ਚਲਾ ਦਿੱਤੇ। ਇਸ ਕਹਿਰਾਂ ਭਰੀ ਸਰਦੀ ਦੇ ਅੰਦਰ ਉਹ ਅਡੋਲ, ਉਹ ਯੋਧੇ ਜਿਨ੍ਹਾਂ ਦੇ ਅੰਦਰ ਅਜੀਤ ਸਿੰਘ ਵਾਲੀ ਅਜਿੱਤਤਾ ਵਾਲੀ ਜੁਰਤ ਸੀ, ਜੁਝਾਰ ਵਾਲੀ ਜੂਝਣ ਵਾਲੀ ਤਾਕਤ ਸੀ, ਫਿਰ ਜੋਰਾਵਰ ਵਾਲਾ ਬਲ ਸੀ, ਤੇ ਫਤਿਹ ਕਰਕੇ ਉੱਠੇ। ਭਾਵੇਂ ਸ਼ਹੀਦੀਆਂ ਵੀ ਹੋਈਆਂ ਉੱਥੇ, ਭਾਵੇਂ ਡਾਂਗਾਂ ਵੀ ਖਾਧੀਆਂ, ਬਦਨਾਮੀ ਵੀ ਸਹੀ, ਪਰ ਜਿੱਤ ਫਤਿਹ ਹਾਸਲ ਕਰਕੇ ਉਸ ਮੋਰਚੇ ਦੇ ਵਿੱਚੋਂ ਉੱਠੇ ਨੇ। ਤੇ ਉਹਨਾਂ ਦੇ ਮੰਤਰੀ ਵੀ ਕਹਿੰਦੇ ਨੇ ਮੋਦੀ ਤੂੰ ਇਹ ਨਹੀਂ ਜਾਣਦਾ ਵੀ ਇਹ ਸਿੱਖ ਨੇ, ਇਹ ਜਿਸ ਵੀ ਮੁਹਿੰਮ ਨੂੰ ਹੱਥ ਪਾਉਂਦੇ ਨੇ ਉਹਨੂੰ ਫਤਿਹ ਕਰਕੇ ਸਾਹ ਲੈਂਦੇ ਨੇ, ਕਿਉਂਕਿ ਇਹਨਾਂ ਦੀਆਂ ਰਗਾਂ ਵਿੱਚ 4 ਸਾਹਿਬਜ਼ਾਦਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਹੈ। ਤੂੰ ਇਹਨਾਂ ਨੂੰ ਹਰਾ ਨਹੀਂ ਸਕੇਗਾ, ਕਿਉਂਕਿ ਆਪਣੇ ਚਾਰੇ ਪੁੱਤ ਚਾਰੇ ਗੁਣ ਵਾਰ ਕਰਕੇ ਇਸ ਖਾਲਸੇ ਦੀ ਝੋਲੀ ਵਿੱਚ ਪਾਏ ਐ। ਇਹ ਅਜਿੱਤ ਤਾਂ ਰਹਿ ਸਕਦੇ ਨੇ, ਇਹ ਫਤਿਹ ਤਾਂ ਹਾਸਲ ਕਰ ਸਕਦੇ ਨੇ, ਇਹਨਾਂ ਨੂੰ ਤੂੰ ਹਰਾ ਨਹੀਂ ਸਕੇਗਾ। ਸੋ ਐਸੇ ਯੋਧੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਉਹਨਾਂ ਨੇ ਸਾਡੇ ਖਾਤਰ ਆਪਣੇ 4 ਪੁੱਤ ਵਾਰ ਕੇ ਸਾਨੂੰ ਆਪਣੇ ਪੁੱਤ ਬਣਾਇਆ ਸੀ। ਹੁਣ ਅਸੀਂ ਆਪਣੇ ਮਨ ਤੋਂ ਸਵਾਲ ਕਰਨਾ ਹੈ ਵੀ ਅਸੀਂ ਬਾਬਾ ਅਜੀਤ ਸਿੰਘ ਜੀ ਵਰਗੇ ਅੰਦਰੋਂ ਹਾਂ, ਬਾਬਾ ਜੁਝਾਰ ਸਿੰਘ ਜੀ ਵਰਗੇ ਅੰਦਰੋਂ ਹਾਂ,